ਸਾਰਾ ਕੁਝ ਕਰ ਕਰਾ ਕੇ ਪ੍ਰੈਸ਼ਰ ਜ਼ਿਮੀਂਦਾਰ ਤੇ ਉਹ ਚੀਜ਼ ਹੀ ਹੈ ਵੀ ਜਾਣੀ ਕਿ ਹਰ ਚੀਜ਼ ਤੇ ਜ਼ਿਮੀਂਦਾਰ ਤੇ ਪ੍ਰੈਸ਼ਰ ਆਉਣਾ ਜਦੋਂ ਮਰਜ਼ੀ ਦੇਖ ਲਓ। ਇਹ ਲੋਕਡਾਊਨ ਦਾ ਅਸਰ ਕਹਿ ਰਹੇ ਆ ਵੀ ਸਰਕਾਰਾਂ ਤੇ ਆ ਰਿਹਾ, ਪਰ ਲੋਕਡਾਊਨ ਦਾ ਅਸਰ ਸਰਕਾਰਾਂ ਤੇ ਕਦੇ ਵੀ ਨਹੀਂ ਆਊਗਾ। ਸਰਕਾਰ ਕੀ ਕਰਦੀ? ਸਰਕਾਰ ਕਰਜ਼ਾ ਮਾਫ ਕਰਦੀ ਹੈ, ਕੰਮ ਨਹੀਂ ਦਿੰਦੀ ਗੀ। ਸਭ ਤੋਂ ਮੇਨ ਚੀਜ਼ ਹੈ ਕਰਜ਼ਾ ਮਾਫ ਕਰਨ ਦੀ ਜਗ੍ਹਾ ਤੇ ਕੰਮ ਦਿੱਤਾ ਹੋਵੇ। ਪੰਜਾਬੀ ਨਿਊਜ਼ ਆਨਲਾਈਨ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ। ਦੋਸਤੋ, ਅੱਜ ਪਿੰਡ ਦੋਦਾ ਜ਼ਿਲ੍ਹਾ ਮੁਕਤਸਰ ਤੋਂ ਤੁਹਾਡੇ ਨਾਲ ਸਾਂਝ ਪਾ ਰਹੇ ਹਾਂ। ਇੱਥੋਂ ਦੀ ਇੱਕ ਕੁੜੀ ਹੈ ਗੁਰਪ੍ਰੀਤ ਕੌਰ ਦੋਦਾ, ਕਹਿਣ ਨੂੰ ਹੀ ਕੁੜੀ ਹੈ, ਜ਼ਿੰਮੇਵਾਰੀਆਂ ਸਾਰੀਆਂ ਉਹਨੇ ਮੁੰਡਿਆਂ ਵਾਲੀਆਂ ਸੰਭਾਲੀਆਂ। ਅਸਲ ਦੇ ਵਿੱਚ ਪਰਿਵਾਰ ਦਾ ਉਹ ਇੰਜਣ ਹੈ। ਇਹਨਾਂ ਦਿਨਾਂ ਦੇ ਵਿੱਚ ਹੁਣ ਵੀ ਉਹ ਜੌਬ ਕਰ ਰਹੇ ਆ। ਇਹ ਤੋਂ ਪਹਿਲਾਂ ਜਦੋਂ ਪਰਿਵਾਰ ਦੇ ਉੱਤੇ ਆਰਥਿਕ ਤੰਗੀਆਂ ਤੁਰਸ਼ੀਆਂ ਆਈਆਂ, ਕਿਉਂਕਿ ਕਿਸਾਨਾਂ ਦੇ ਉੱਤੇ ਤਾਂ ਇਹ ਹਮੇਸ਼ਾ ਹੀ ਰਹਿੰਦੀਆਂ, ਅਤੇ ਉਦੋਂ ਇਸ ਕੁੜੀ ਨੇ ਜ਼ਿੰਮੇਵਾਰੀ ਚੱਕੀ। ਜ਼ਿੰਮੇਵਾਰੀ ਸਿਰਫ ਇੰਨੀ ਹੀ ਨਹੀਂ ਚੱਕੀ ਕਿ ਕੰਮ ਕੀਤਾ, ਖੇਤੀ ਕੀਤੀ, ਸਨਮਾਨ ਪ੍ਰਾਪਤ ਕੀਤੇ, ਔਰ ਕ੍ਰਿਸ਼ੀ ਕਰਮਨ ਅਵਾਰਡ ਜਿਹੜਾ ਖੇਤੀ ਦੇ ਨਾਲ ਜੁੜਿਆ 2 ਲੱਖ ਰੁਪਏ ਦਾ ਹੁੰਦਾ, ਉਹ ਇਸ ਕੁੜੀ ਨੂੰ ਮਿਲਿਆ। ਅੱਜ ਅਸੀਂ ਇਸ ਕੁੜੀ ਨੂੰ ਤੁਹਾਡੇ ਨਾਲ ਮਿਲਾ ਰਹੇ ਹਾਂ, ਗੁਰਪ੍ਰੀਤ। ਆਓ ਗੱਲਬਾਤ ਕਰਦੇ ਹਾਂ। ਗੁਰਪ੍ਰੀਤ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਪਹਿਲਾਂ ਤਾਂ ਇਸ ਗੱਲ ਦੀ ਮਾਫੀ ਕਿ ਅੱਜ ਤੁਹਾਡਾ ਜਿਹੜਾ ਅੱਧਾ ਦਿਨ ਅਸੀਂ ਮਰਵਾ ਦੇਣਾ, ਅਤੇ ਧੰਨਵਾਦ ਤੁਹਾਡਾ, ਤੁਸੀਂ ਜੁੜੇ ਹੋ। ਕਦੋਂ ਲੱਗਿਆ ਕਿ ਇਸ ਪਾਸੇ ਨੂੰ ਤੁਰਨਾ ਚਾਹੀਦਾ, ਖੇਤੀ ਵਾਲੇ ਪਾਸੇ ਤੁਰਨਾ ਚਾਹੀਦਾ, ਪੜ੍ਹਾਈ ਛੱਡ ਦੇਣੀ ਚਾਹੀਦੀ ਹੈ? ਨਹੀਂ, ਐਕਚੁਅਲੀ ਪੜ੍ਹਾਈ ਛੱਡਣ ਦਾ ਤਾਂ ਕੰਮ ਮੇਰਾ ਬਾਅਦ ਦਾ ਸੀਗਾ ਜੀ। ਪਹਿਲਾਂ ਜਾਣੀ ਕਿ ਮੈਂ ਨਾ 12-13 ਸਾਲ ਤੋਂ ਪਾਪਾ ਜੀ ਨੇ ਕੰਮ ਕਰਨਾ, ਅਤੇ ਮੈਂ ਪਾਪਾ ਦੇ ਮਗਰ ਕਦੇ ਰੋਟੀ ਲੈ ਕੇ ਜਾਣੀ, ਕਦੇ ਚਾਹ ਲੈ ਕੇ ਜਾਣੀ। ਫਿਰ ਹੌਲੀ ਹੌਲੀ ਜਾਣੀ ਉੱਦਾਂ ਜੁੜਦੇ ਦਾਦਾ ਜੀ ਨੇ ਮੈਨੂੰ ਟਰੈਕਟਰ ਸਿਖਾਉਣਾ। ਉਦੋਂ ਸਾਡੇ ਕੋਲ ਆਸ਼ਾ ਟਰੈਕਟਰ ਹੁੰਦਾ ਸੀਗਾ, ਅਤੇ ਅਸੀਂ ਚਲੋ ਵਾਹੀ ਕਰਦੇ ਮੁੜ। ਅੱਛਾ, ਸਟਾਰਟ ਵੀ ਕਰ ਲੈਂਦੇ ਸੀ ਆਪ ਆਸ਼ਾ? ਹਾਂ, ਆਸ਼ਾ ਸਟਾਰਟ ਕਰਦੇ ਮੈਂ ਆਪਦੀ ਢੂਈ ਵੀ ਹਿਲਾਈ ਸੀ। ਅਤੇ ਉੱਦਾਂ ਫਿਰ ਉਸ ਤਰੀਕੇ ਨਾਲ ਜੀ ਚੱਲਦਾ ਮੁੜ ਕੇ ਹੌਲੀ ਹੌਲੀ ਪਾਪਾ ਜੀ ਦੇ ਫਿਰ ਮੇਰੀ BA ਸੈਕੰਡ ਈਅਰ ਦੀ ਪੜ੍ਹਾਈ ਸੀਗੀ। ਪਾਪਾ ਜੀ ਦੇ ਫੇਫੜਿਆਂ 'ਚ ਪਾਣੀ ਪੈ ਗਿਆ। ਫਿਰ ਉਹਨਾਂ ਤੋਂ ਤਾਂ ਕੰਮ ਹੁੰਦਾ ਨਹੀਂ ਸੀ। ਫਿਰ ਮੈਨੂੰ ਵਿੱਚ ਦੀ ਜਾਣੀ ਕਿ ਉਹ ਕਰਨਾ ਪੈਂਦਾ, ਨਾਲ ਉਹਨਾਂ ਨੂੰ ਦਵਾਈ ਦਵਾਉਣਾ ਜਾਣਾ ਪੈਂਦਾ ਸੁਬਾਹ ਸ਼ਾਮ ਨੂੰ, ਅਤੇ ਦੁਪਹਿਰੇ ਮੈਂ ਪੇਪਰ ਦੇ ਕੇ ਆਉਣਾ। ਫਿਰ ਉਹਦੇ ਕਰਕੇ ਮੇਰੀ ਰੀਪੇਅਰ ਆ ਗਈ ਸੀ। ਫਿਰ ਮੈਂ ਰੀਪੇਅਰ ਤੋਂ ਬਾਅਦ ਜਾਣੀ ਕਿ ਪੜ੍ਹਾਈ ਬਿਲਕੁਲ ਹੀ ਛੱਡਤੀ ਸੀ। ਖੇਤੀ ਫਿਰ ਕਦੋਂ ਸ਼ੁਰੂ ਕੀਤੀ? ਉਦੋਂ ਤੋਂ ਹੀ ਖੇਤੀ ਮੈਂ ਜਾਣੀ ਤੁਸੀਂ ਮੰਨੋ ਵੀ 12-13 ਸਾਲ ਤੋਂ, ਵੀ ਮੇਰੀ ਜਦੋਂ 12-13 ਸਾਲ ਦੀ ਏਜ ਸੀ ਨਾ, ਉਦੋਂ ਹੀ ਸਟਾਰਟ ਕਰਤੀ ਸੀ ਖੇਤੀ। ਵੈਸੇ ਸਾਡਾ ਸਾਰਾ ਪਰਿਵਾਰ ਹੀ ਕਰਦਾ ਸੀਗਾ, ਇਕੱਲਾ ਇੱਕ ਨਹੀਂ, ਕਿਉਂਕਿ ਇਹ ਛੋਟਾ ਜ਼ਿਮੀਂਦਾਰ ਹੁੰਦਾ ਜਿਹੜਾ, ਉਹਦੇ ਸਾਰੇ ਪਰਿਵਾਰ ਦੇ ਮੈਂਬਰ ਹੀ ਕੰਮ ਕਰਦੇ ਹੁੰਦੇ ਆ। ਬ੍ਰਦਰ, ਸਿਸਟਰ, ਮੇਰੀ ਮੰਮੀ, ਦਾਦੀ, ਸਾਰੇ ਅਸੀਂ ਟੋਟਲੀ ਸਾਰੇ ਕੰਮ ਕਰਦੇ ਸੀ ਪਹਿਲਾਂ ਤੋਂ। ਫਿਰ ਮੇਰਾ ਉਦੋਂ ਹੀ ਰੁਝਾਨ ਜਾਣੀ ਜ਼ਿਆਦਾ ਸੀ, ਕੁਛ ਮੇਰਾ ਪਹਿਲਾਂ ਤੋਂ ਹੀ ਖੇਤੀ ਇੰਨੀ ਸੀ, ਬਸ ਦਿਮਾਗ ਘਰ ਦੇ ਕੰਮਾਂ ਵਾਲੀ ਥੋੜ੍ਹਾ ਜਿਹਾ ਘੱਟ ਸੀ। ਗੁਰਪ੍ਰੀਤ, ਤੁਸੀਂ ਖੇਤੀ ਕੀਤੀ, ਪੈਰਾਂ ਸਿਰ ਵੀ ਹੋਏ। ਆਪਾਂ ਮੰਨਦੇ ਹਾਂ ਕਿ ਖੇਤੀ ਬਹੁਤਾ ਲਾਹੇਵੰਦ ਧੰਦਾ ਅੱਜ ਕੱਲ੍ਹ ਨਹੀਂ ਰਿਹਾ, ਪਰ ਤੁਸੀਂ ਫਿਰ ਵੀ ਪੈਰਾਂ ਸਿਰ ਇੰਨੇ ਦਰਜਨ ਤੋਂ ਵੱਧ ਗਾਵਾਂ ਹੁਣ ਵੀ ਰੱਖੀ ਬੈਠੇ ਹੋ। ਬਚਦਾ ਕੁਛ? ਹੁਣ ਜੀ ਅਸੀਂ ਵਾਹੀ ਤਾਂ ਕਰਦੇ ਹਾਂ ਘੱਟ, ਕਿਉਂਕਿ ਅਸੀਂ ਮੰਨ ਲਓ ਸਬਜ਼ੀ ਦਾ ਸਿਸਟਮ ਕਰਿਆ ਸੀ। ਪਿਛਲੇ ਸਾਲ ਵੀ ਸਬਜ਼ੀ ਬੀਜੀ ਸੀ, ਹੁਣ ਵੀ ਬੀਜੀ ਹੋਈ ਸੀ। ਪਰ ਹੁਣ ਥੋੜ੍ਹੇ ਜਿਹੇ ਰੇਟ, ਕਿਉਂਕਿ ਲੋਕਡਾਊਨ ਹੋਣ ਕਰਕੇ, ਕਰਫਿਊ ਲੱਗਣੇ ਕਰਕੇ ਜ਼ਿਮੀਂਦਾਰ ਤਾਂ ਜਮਾਂ ਹੀ ਮਾਰਿਆ ਗਿਆ, ਅਤੇ ਸਾਡੀ ਸਬਜ਼ੀ ਰੁਲਦੀ ਹੁੰਦੀ ਸੀਗੀ। ਕਿਉਂਕਿ ਜਦੋਂ ਕਿਤੇ ਬਾਹਰ ਨਹੀਂ ਜਾਣਾ, ਆਪਾਂ ਕੁਛ ਨਹੀਂ ਕਰਨਾ, ਤਾਂ ਫਿਰ ਉਹ ਸਬਜ਼ੀ ਦਾ ਉਹ 'ਚੋਂ ਸਾਨੂੰ ਕੋਈ ਪ੍ਰੋਫਿਟ ਨਹੀਂ ਆਇਆ। ਫਿਰ ਉੱਥੇ ਅਸੀਂ ਵਾਹ ਕੇ ਅਤੇ ਅਸੀਂ ਪੱਠੇ ਬੀਜਤੇ, ਅਤੇ ਗਾਈਆਂ ਕੁਛ, ਕਿਉਂਕਿ ਮੈਨੂੰ 2018 'ਚ ਮਈ ਮਹੀਨੇ ਦੀ 21 ਮਈ ਨੂੰ ਮੇਰੀ ਜੁਆਇਨਿੰਗ ਸੀ ਸਕੌਟ ਕੰਪਨੀ 'ਚ, ਜਿਹਨਾਂ ਦਾ ਫਾਰਮ ਟਰੈਕਟਰ ਆਉਂਦਾ। ਅਤੇ ਕਿਉਂਕਿ ਮੇਰੀ ਪਹਿਲਾਂ ਤੋਂ ਹੀ ਪਸੰਦ ਸੀ ਕਿ ਫੋਰਡ ਦੇ ਨਾਂ 'ਤੇ ਪਹਿਲਾਂ ਟਰੈਕਟਰ ਚੱਲਦਾ ਹੁੰਦਾ ਸੀ। ਫਿਰ ਉਸ ਤੋਂ ਬਾਅਦ ਇਹਨਾਂ ਨੇ ਚਲੋ ਫਾਰਮ ਟਰੈਕ ਸਕੌਟ ਵਾਲਿਆਂ ਨੇ ਪੇਸ਼ ਕੀਤਾ, ਤਾਂ ਮੇਰੀ ਸਟਾਰਟਿੰਗ ਤੋਂ ਸੀ, ਕਿਉਂਕਿ ਅਸੀਂ ਟਰੈਕਟਰ ਵੀ ਫਾਰਮ ਟਰੈਕ ਰੱਖਿਆ ਹੋਇਆ। ਤਾਂ ਇਹ ਟਰੈਕਟਰ 'ਚ ਫੀਚਰ ਵੀ ਬਹੁਤ ਆ, ਅਤੇ ਕਾਫੀ ਕੁਛ ਜਾਣੀ ਕਿ ਇਕੱਲਾ ਇਹ ਨਹੀਂ ਹੁੰਦਾ ਗਾ ਵੀ ਬੰਦੇ ਦਾ ਵੀ ਆਪਾਂ ਜੁੜੇ ਹਾਂ, ਉਹ ਮਤਲਬ ਨਹੀਂ ਹੁੰਦਾ ਗਾ ਵੀ ਆਪਣੇ ਜੋੜਨ ਦੇ ਨਾਲ ਕੁਛ ਹੁੰਦਾ। ਕੋਈ ਟਰੈਕਟਰ 'ਚ ਗੱਲ ਵੀ ਹੋਣੀ ਚਾਹੀਦੀ ਹੈ। ਤਾਂ ਕਰਕੇ ਫਿਰ ਉਹਨਾਂ ਨੇ ਮੰਨ ਲਓ ਵੀ ਮੈਂ ਸਕੌਟ ਕੰਪਨੀ 'ਚ ਜੋਬ ਤੋਂ ਬਾਅਦ ਫਿਰ ਕੁਛ ਜਾਣੀ ਕਿ ਸੈਲਰੀ ਨਾਲ ਫਿਰ ਇੱਕ ਗਾਂ ਲਈ ਹੌਲੀ ਹੌਲੀ ਅਸੀਂ ਜਾਣੀ ਕਿ ਅਸੀਂ ਅਕਤੂਬਰ 'ਚ ਕੰਮ ਸਟਾਰਟ ਕਰਿਆ ਸੀ ਦੁਬਾਰਾ ਪਸ਼ੂਆਂ ਦਾ। ਤਾਂ ਫਿਰ ਕੁਛ ਉਸ ਤੋਂ ਬਾਅਦ ਮੇਰੇ ਬ੍ਰਦਰ ਨੇ ਮੰਨ ਲਓ ਵੀ ਪੈਸੇ ਪੂਸੇ ਪਾਏ, ਅਸੀਂ ਦੋਵੇਂ ਰਲ ਮਿਲ ਕੇ ਜਾਣੀ ਕਿ ਕਰਦੇ ਹਾਂ। ਹੁਣ ਸਾਨੂੰ ਤਕਰੀਬਨ ਸਾਡੇ ਕੋਲ 20 ਪਸ਼ੂ ਆ। ਉੱਧਰ ਸਕਾਟ ਦੇ ਵਿੱਚ ਜੋਬ ਆ ਤੁਹਾਡੀ, ਤੁਸੀਂ ਫਾਰਮ ਟਰੈਕ ਦੇ ਵਿੱਚੋਂ? ਹਾਂਜੀ। ਅਤੇ ਕੀ ਪੋਸਟ ਦੇ ਉੱਤੇ ਕੰਮ ਕਰ ਰਹੇ ਹੋ? ਮੈਂ ਜੀ ਮੰਨ ਲਓ ਵੀ ਉਹ ਐਜ ਮੈਨੂੰ ਰੱਖਿਆ ਡੈਮੋਸਟ੍ਰੇਟਰ ਸੀ, ਪਰ ਹੁਣ ਮੈਂ ਪ੍ਰੋਜੈਕਟ ਆਫਿਸਰ ਦੇ ਮਤਲਬ ਤੌਰ 'ਤੇ ਕੰਮ ਕਰਦਾ। ਜਿੱਦਾਂ ਮੰਨ ਲਓ ਕਿ ਟਰੈਕਟਰ ਦੇ ਫੀਚਰ ਵਗੈਰਾ ਦੱਸਣੇ, ਜਾਂ ਟਰੈਕਟਰ ਦੀ ਕੋਈ ਡੈਮੋ ਵਗੈਰਾ ਹੋਣੀ, ਤਾਂ ਟਰੈਕਟਰ ਦੀ ਸੈਟਿੰਗ ਵਗੈਰਾ ਕਰ ਦੇਣੀ, ਅਤੇ ਜਾਣੀ ਟਰੈਕਟਰ ਦੀ ਨੌਲੇਜ ਦੇਣੀ। ਮੇਨ ਚੀਜ਼ ਮੰਨ ਲਓ ਵੀ ਕਿਸੇ ਵੀ ਆਦਮੀ ਨੂੰ, ਜਾਂ ਮੰਨ ਲਓ ਵੀ ਉਸ ਚੀਜ਼ ਦਾ ਹੁੰਦਾ, ਉਹ ਚੀਜ਼ ਦੀ ਪੋਸਟ ਆ ਮੇਰੀ। ਨੋਰਮਲੀ ਜਿਵੇਂ ਕੋਈ ਸੌਦਾ ਵਗੈਰਾ ਹੁੰਦਾ, ਜਿੱਦਾਂ ਕੋਈ ਡੀਲਰ 'ਚ, ਦੇ ਮਾੜਾ ਮੋਟਾ ਕੰਪਨੀ 'ਚ ਹੁੰਦਾ ਹੇਰ ਫੇਰ ਹੁੰਦਾ, ਮੰਨ ਲਓ ਵੀ ਅਸੀਂ ਜਾ ਕੇ ਕੰਪਨੀ ਦੇ ਇੰਪਲਾਈ ਹਾਂ, ਫਿਰ ਵੀ ਕੁਛ ਨਾ ਕੁਛ ਮੰਨ ਲਓ ਵੀ ਹੁੰਦਾ। ਕਿਉਂਕਿ ਜਿਹੜੀ ਇਹ ਕੰਪਨੀ ਹੈ, ਇਹ ਸਿਰਫ ਜ਼ਿਮੀਂਦਾਰ ਬਾਰੇ ਸੋਚਣ ਵਾਲੀ ਕੰਪਨੀ ਹੈ ਸਭ ਤੋਂ ਪਹਿਲਾਂ ਤਾਂ,
ਵੀ ਕਿਉਂਕਿ ਇਹਨਾਂ ਦੇ ਦੇਖਦੇ ਨਾ ਅਸੀਂ, ਕਿਉਂਕਿ ਜਦੋਂ ਮੈਂ ਟਰੈਕਟਰ ਲਿਆ ਸੀ ਉਦੋਂ ਸਿਰਫ ਇੱਕ ਜ਼ਿਮੀਂਦਾਰ ਦੇ ਤੌਰ ਤੇ ਹੀ ਲਿਆ ਸੀਗਾ, ਤੇ ਜ਼ਿਮੀਂਦਾਰ ਵਾਲਾ ਤਰੀਕਾ ਹੀ ਵਰਤਦੇ ਹੁੰਦੇ ਅਸੀਂ, ਕਿਉਂਕਿ ਆਇਆ ਵਾ ਜਿਵੇਂ ਧੱਕੇ ਨਾਲ ਹੀ ਕੰਮ ਲੈਣਾ, ਹਰੇਕ ਚੀਜ਼ ਐਦਾਂ ਕਰਨੀ, ਜਾਣੀ ਉਹਨਾਂ ਦੇ ਰੂਲ ਫੋਲੋ ਨਹੀਂ ਕਰਨੇ। ਅਸੀਂ ਹੁਣ ਫਿਰ ਦੇਖਦੇ ਹਾਂ ਵੀ ਹਾਂ ਵਾਕਈ ਯਾਰ ਅਸੀਂ ਤਾਂ ਉਹੀ ਭੁਲੇਖੇ ਭੁਲੂਖੇ 'ਚ ਤੁਰੇ ਫਿਰਦੇ ਸੀਗੇ, ਸਾਨੂੰ ਪਤਾ ਹੀ ਨਹੀਂ ਸੀਗਾ ਵੀ ਟਰੈਕਟਰ 'ਚ ਕੀ ਚੀਜ਼ ਹੈ, ਕਿੱਦਾਂ ਕਿਵੇਂ ਆ ਜਾਂ ਕਿਵੇਂ ਚਲਾਉਣਾ ਕਰਨਾ। ਜਾਣੀ ਆਪਣੇ ਜ਼ਿਮੀਂਦਾਰ ਆਮ ਸੋਚਦੇ ਜ਼ਰੂਰ ਆ, ਪਰ ਮੋਸਟਲੀ ਅਸੀਂ ਜਾਂਦੇ ਹਾਂ ਜ਼ਿਮੀਂਦਾਰਾਂ ਦੇ ਘਰੇ ਵੀ ਜਾਂਦੇ, ਅਸੀਂ ਦੇਖਦੇ ਹਾਂ ਵਿੱਚੋਂ ਕੁਛ ਜ਼ਿਮੀਂਦਾਰ ਹੈਗੇ ਜਿਨ੍ਹਾਂ ਨੂੰ ਕਾਫੀ ਨੌਲੇਜ ਹੁੰਦੀ ਆ, ਵੀ ਜਿਹੜੇ ਨੇ ਆਪ ਨੂੰ ਸਾਨੂੰ ਨੌਲੇਜ ਨਹੀਂ ਹੁੰਦੀ, ਜਿਹੜੀ ਉਹਨਾਂ ਨੂੰ ਨੌਲੇਜ ਹੁੰਦੀ ਆ। ਜਿਹੜਾ ਗਰਾਊਂਡ ਲੈਵਲ ਦਾ ਤਜਰਬਾ ਹੁੰਦਾ ਉਹ ਤਾਂ ਬੋਲਦਾ ਹੈ। ਆਪਾਂ ਖੇਤੀ ਦੀ ਗੱਲ ਕਰੀਏ ਨਾਲ, ਤੁਸੀਂ ਕਿਉਂਕਿ ਖੇਤੀ ਸ਼ੁਰੂ ਕੀਤੀ ਸੀ, ਉਹਦੇ 'ਚ ਸਹਾਇਕ ਧੰਦਿਆਂ 'ਚ ਡੇਅਰੀ ਫਾਰਮਿੰਗ ਦਾ ਇਹ ਜਿਹੜਾ ਇੱਕ ਚੈਪਟਰ ਹੈ, ਜਿਵੇਂ ਆਪਾਂ ਗਾਵਾਂ ਤੁਸੀਂ ਰੱਖੀਆਂ ਜਾਂ ਕੁਝ ਹੋਰ ਸਾਰਾ ਕੁਝ ਕਰਦੇ ਰਹੇ, ਵੱਖਰਾ ਜਿਹਾ ਕਰਨ ਦਾ ਕਦੋਂ ਸੋਚਿਆ ਫਿਰ? ਵੀ ਜਿਵੇਂ ਮੰਨ ਕੇ ਚੱਲੋ ਵੀ ਅਸੀਂ ਜਦੋਂ ਮੰਨ ਲਓ ਵੀ ਜਦੋਂ ਤੁਸੀਂ ਪਹਿਲਾਂ ਮੇਰੀ ਇੰਟਰਵਿਊ ਲਈ ਸੀ 2018 'ਚ ਮਾਰਚ ਮਹੀਨੇ 'ਚ, ਉਸ ਟਾਈਮ ਵੀ ਤੁਸੀਂ ਦੇਖਿਆ ਹਾਲਾਤ ਸਾਡੇ ਕੁਝ ਹੋਰ ਤਰ੍ਹਾਂ ਦੇ ਸੀਗੇ, ਹੁਣ ਥੋੜ੍ਹੇ ਜਿਹੇ ਕੁਝ ਹੋਰ ਤਰ੍ਹਾਂ ਦੇ। ਫਿਰ ਅਸੀਂ ਵੱਖਰਾ ਇਹ ਸੋਚਿਆ ਵੀ ਕਿਉਂਕਿ ਝੋਨਾ ਅਤੇ ਕਣਕ ਤਾਂ ਹਰ ਇੱਕ ਦੁਨੀਆ ਬੀਜਦੀ ਆ, ਅਤੇ ਅਸੀਂ ਸਬਜ਼ੀ ਬੀਜਣ ਦੀ ਕੋਸ਼ਿਸ਼ ਕੀਤੀ ਸੀਗੀ। ਸਬਜ਼ੀ ਬੀਜੀ ਅਸੀਂ, ਚੰਗਾ ਪ੍ਰੋਫਿਟ ਪਿਛਲੇ ਸਾਲ ਜਾਣੀ ਕਿ ਠੀਕ ਸੀ ਵੀ, ਹਾਲਾਂਕਿ ਅਸੀਂ ਠੇਕੇ 'ਤੇ ਲੈ ਕੇ ਕਰੀ ਸੀਗੀ ਵੀ 2 ਕਿੱਲੇ ਅਸੀਂ ਪਹਿਲੀ ਲਈ ਠੇਕੇ 'ਤੇ, ਉਹਦੇ 'ਚ ਅਸੀਂ ਉਹ ਜਾਣੀ ਕਿ ਕਰਕੇ ਦੇਖਿਆ ਸੀਗਾ, ਐਕਸਪੈਰੀਮੈਂਟ ਵੀ। ਆਪਦਾ ਕਿੰਨਾ ਕੁ ਬਾਣਾ ਤੁਹਾਡੇ ਕੋਲ? ਆਪਦਾ ਹੀ 3 ਕਿੱਲੇ ਪਰ ਹਾਲੇ ਗਏ ਨੇ ਪਿਆ ਹੋਇਆ। ਹਾਂਜੀ, ਵੀ ਉਹ ਤੁਹਾਨੂੰ ਦੱਸਿਆ ਸੀ ਪਹਿਲਾਂ ਵੀ ਮੈਂ ਇੰਟਰਵਿਊ 'ਚ ਵੀ ਸਾਡੇ ਥੋੜ੍ਹਾ ਜਿਹਾ ਸਿਸਟਮ ਅਪ ਡਾਊਨ ਹੋਣ ਕਰਕੇ ਸਾਰਾ ਜਾਣੀ ਕਿ ਸਿਸਟਮ ਜਿਹੜਾ ਘਰ ਦਾ ਟਰੈਕਟਰ ਵਗੈਰਾ ਸੀ, ਸਾਰਾ ਕੁਛ ਗੱਡੀ ਵਗੈਰਾ ਸੀ, ਪਸ਼ੂ ਵਗੈਰਾ ਸੀ, ਉਹ ਸਾਰੇ ਜਾਣੀ ਕਿ ਵੇਚਤੇ ਸੀਗੇ। ਅਤੇ ਹੁਣ ਜਾਣੀ ਕਿ ਹੌਲੀ ਹੌਲੀ ਕਰ ਰਹੇ ਹਾਂ ਕੋਸ਼ਿਸ਼। ਚਲੋ ਹੁਣ ਦਿੱਕਤ ਆ ਰਹੀ ਹੈ, ਟਰੈਕਟਰ ਦੀ ਦਿੱਕਤ ਆ ਰਹੀ ਹੈ ਸਭ ਤੋਂ ਪਹਿਲਾਂ ਸਾਨੂੰ ਮੋਸਟਲੀ, ਪਰ ਹੁਣ ਦੇਖੀਏ ਤਾਂ ਫਿਰ ਉਹ ਐਡੀ ਛੇਤੀ ਨਹੀਂ ਨਾ ਕੋਈ ਵੀ ਚੀਜ਼ ਬਣਦੀ ਹੁੰਦੀ ਕਿ ਹੌਲੀ ਹੌਲੀ ਮਿਹਨਤ ਦਾ ਫਲ ਤਾਂ ਫਿਰ ਹੌਲੀ ਹੌਲੀ ਮਿਲਦਾ ਹੁੰਦਾ। ਚਲੋ ਕੋਈ ਨਹੀਂ, ਹੌਲੀ ਹੌਲੀ ਬਣ ਵੀ ਜਾਣਾ ਹੈਗਾ। ਤੁਸੀਂ ਸਬਜ਼ੀ ਵੇਚਦੇ ਰਹੇ, ਕਿਹੋ ਜਿਹਾ ਤਜਰਬਾ ਰਿਹਾ ਉਹ? ਸਬਜ਼ੀ ਵੇਚਣ ਵਾਲਾ ਦੀ ਤਜਰਬਾ ਤੁਸੀਂ ਆਖੋਗੇ ਵੀ ਬੰਦੇ ਦੇ ਨਾ ਹੈ, ਦਿਖ ਕੇ ਤਾਂ ਸਾਰਾ ਕੁਝ ਹੈ ਉਲਟ ਪੁਲਟੀ ਬਾਹਲਾ ਨਹੀਂ, ਜਿੱਦਾਂ ਖੇਤੀ ਦਾ ਉਲਟ ਪੁਲਟੀ ਹੁੰਦਾ ਵੀ ਕਹਿ ਦਿੰਦੇ ਜ਼ਿਮੀਂਦਾਰ ਨੂੰ ਕੋਈ ਖਾਸਾ ਬਚਦਾ ਨਹੀਂ, ਠੇਕੇ 'ਤੇ ਲੈ ਕੇ ਤਾਂ ਵੈਸੇ ਨਹੀਂ ਬਚਦਾ, ਨੋਰਮਲੀ ਗੱਲ ਹੈ, ਇਹਦੇ 'ਚ ਕੋਈ ਸ਼ੱਕ ਨਹੀਂਗਾ ਵੀ ਜੇ ਆਪਾਂ ਆਖੀਏ ਵੀ ਠੇਕੇ 'ਤੇ ਲੈ ਕੇ ਬੰਦਾ ਕੋਈ 10-20-30 ਹਜ਼ਾਰ ਰੁਪਈਆ ਕਿੱਲੋ 'ਚ ਬਚਾ ਲੂਗਾ, ਨਹੀਂ ਬਚਦਾ, ਕਿਉਂਕਿ ਠੇਕੇ ਇੰਨੇ ਜ਼ਿਆਦਾ ਹੋਏ ਪਏ ਆ, ਫਸਲ ਉਨੀ ਜ਼ਿਆਦਾ ਨਿਕਲ ਨਹੀਂ ਰਹੇਗੀ, ਕਿਉਂਕਿ ਲੋਕ ਜ਼ਿਆਦਾ ਰੇਹ ਸਪਰੇਅ ਪਾ ਕੇ ਕੋਸ਼ਿਸ਼ ਕਰਦੇ। ਐਤਕੀ ਅਸੀਂ ਕਣਕ ਬੀਜੀ ਅੱਧਾ ਕਿੱਲਾ, ਅਸੀਂ ਬਿਲਕੁਲ ਰੇਹ ਸਪਰੇਅ ਨਹੀਂ ਪਾਈਗੀ, ਦੇਖਿਆ ਅਸੀਂ ਐਕਸਪੈਰੀਮੈਂਟ ਕਰਕੇ ਵੀ ਕਿੱਦਾਂ ਕੀ ਸਿਸਟਮ ਹੁੰਦਾ ਹੈਗਾ, ਵੀ ਜੇ ਜ਼ਹਿਰ ਤਾਂ ਆਪਾਂ ਖਾ ਹੀ ਰਹੇ ਹਾਂ, ਨੋਰਮਲੀ ਖਾ ਰਹੇ ਹਾਂ, ਸਾਰੀਆਂ ਚੀਜ਼ਾਂ 'ਚ ਖਾ ਰਹੇ ਹਾਂ, ਕੋਈ ਇਹ ਨਹੀਂ ਗੱਲ। ਅਸੀਂ ਪੱਠਿਆਂ 'ਚ ਵੀ ਰੇਹ ਘਟਾਈ ਆ ਹੁਣ, ਜਿਵੇਂ ਸਾਰਾ ਵੀ ਜਿਵੇਂ ਅਸੀਂ ਔਰਗੈਨਿਕ ਖੇਤੀ ਵੀ ਕਰਕੇ ਦੇਖੀ ਹੈ, ਜਿਵੇਂ ਮੰਨ ਲਓ ਵੀ ਅਸੀਂ ਸਬਜ਼ੀ ਬੀਜਦੇ ਰਹੇ, ਅਸੀਂ ਉਹਦੇ 'ਚ ਜ਼ਿਆਦਾ ਰੇਹ ਸਪਰੇਅ ਨਹੀਂ ਪਾਈ। ਨੋਰਮਲੀ ਹੁਣ ਵਾਹਣ ਵੀ ਇੱਦਾਂ ਦੇ ਹੋ ਗਏ ਵੀ ਉਹਦੇ 'ਚ ਆਪਾਂ ਨੂੰ ਥੋੜ੍ਹੀ ਬਹੁਤੀ ਤਾਂ ਪਾਉਣੀ ਪੈਂਦੀ ਹੈ, ਪਰ ਹੌਲੀ ਹੌਲੀ ਜਾਣੀ ਕਿ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਵੀ ਜਾਣੀ ਬਿਨਾਂ ਰੇਹ ਸਪਰੇਅ ਵਾਲਾ ਪੱਠੇ ਵੀ ਅਸੀਂ ਬਿਨਾਂ ਰੇਹ ਸਪਰੇਅ ਤੋਂ ਕਰਨ ਦੀ ਕੋਸ਼ਿਸ਼ ਕਰੀਏ। ਤਜਰਬਾ ਕਿਵੇਂ ਰਿਹਾ ਜਦੋਂ ਤੁਸੀਂ ਵੇਚਦੇ ਸੀਗੇ ਸਬਜ਼ੀ ਨੂੰ ਜਾਂ ਹੋਰ? ਤਜਰਬਾ ਇਹ ਸੀਗਾ ਵੀ ਸਬਜ਼ੀ ਅਸੀਂ ਲਿਆਉਂਦੇ ਸੀ ਜੀ, ਪਹਿਲਾਂ ਤਾਂ ਅਸੀਂ ਮਤਲਬ ਹੁਣ ਤਾਂ ਅਸੀਂ ਸਬਜ਼ੀ ਇੱਥੇ ਵੇਚੀ ਆ ਬਣ, ਪਹਿਲਾਂ ਅਸੀਂ ਆਪ ਜਦੋਂ ਲੈ ਕੇ ਆਉਂਦੇ ਹੁੰਦੇ ਸੀ ਸਬਜ਼ੀ, ਅਸੀਂ ਮੰਡੀ 'ਚੋਂ ਖਰੀਦ ਕੇ ਮੁੱਲ ਵੇਚਦੇ? ਹਾਂ, ਮੰਡੀ 'ਚੋਂ ਖਰੀਦ ਕੇ ਮੁੱਲ ਵੇਚਦੇ ਰਹੇ ਹਾਂ। ਉਹਦੇ 'ਚ ਇਹ ਸੀ ਵੀ ਜਿਵੇਂ ਅਸੀਂ 10 ਰੁਪਏ ਕਿੱਲੋ ਚੀਜ਼ ਲਈ ਤਾਂ ਉਹ 20 ਰੁਪਏ ਕਿੱਲੋ ਵੇਚਦੇ ਸੀ, ਪਰ 20 ਰੁਪਏ ਕਿੱਲੋ ਵੇਚ ਕੇ ਵੀ ਸਾਨੂੰ ਉਹਦੇ 'ਚ ਕੁਛ ਨਹੀਂ ਬਚਦਾ ਸੀ। ਕਾਰਨ ਕੀ ਸੀ? ਸਿਰਫ ਇੱਕ ਇਹ ਸੀ ਵੀ 300-400 ਰੁਪਏ ਦਿਹਾੜੀ, ਵੀ ਮੈਂ ਤੇ ਮੇਰਾ ਬ੍ਰਦਰ ਜਾਂਦੇ ਸੀਗੇ, ਵੀ ਜਾਣੀ ਕਿ ਸਾਨੂੰ 500-600 ਰੁਪਇਆ ਬਚ ਜਾਂਦਾ ਸੀ, ਉਹਦੇ ਨਾਲ ਸਾਡਾ ਸਿਸਟਮ ਚੱਲ ਜਾਂਦਾ ਸੀ, ਕਿਉਂਕਿ ਦੁੱਗਣੇ ਭਾਅ 'ਚ ਵੇਚਣ ਨਾਲ ਵੀ ਜਾਣੀ ਕਿ ਪੂਰੀ ਸਬਜ਼ੀ ਲੱਗਦੀ ਨਹੀਂ ਸੀ, ਵੇਸਟ ਬਹੁਤ ਹੋ ਜਾਂਦਾ ਸੀਗਾ। ਬਾਕੀ ਲੋਕ ਹੁੰਦੇ ਆ ਜਿਹੜੇ ਲੋਕਾਂ ਦੀ ਥਿਊਰੀ ਇਹ ਹੁੰਦੀ ਵੀ ਲੋਕ ਘੱਟ ਵਾਲੀ ਚੀਜ਼ ਖਰੀਦਣ ਨੂੰ ਕੋਸ਼ਿਸ਼ ਕਰਦੇ ਹੁੰਦੇ ਆ, ਵੱਧ ਵਾਲੀ ਨਹੀਂ, ਉਹਨਾਂ ਨੇ ਚੰਗੀ ਮਾੜੀ ਨਹੀਂ ਦੇਖਣੀ ਹੁੰਦੀ ਆਮ ਜ਼ਿਮੀਂਦਾਰਾਂ ਨੇ, ਇਹ ਹਿਸਾਬ ਕਿਤਾਬ ਹੀ ਹੁੰਦਾ ਸਾਡਾ ਹਿਸਾਬ ਕਿਤਾਬ। ਅਸੀਂ ਇਹਨੂੰ ਸਸਤੀ ਮਿਲ ਜੇ, ਬਸ ਸਿਰਫ ਸਸਤੀ ਦਾ ਮਤਲਬ ਆ ਸਾਡਾ। ਗੁਰਪ੍ਰੀਤ, ਤੁਸੀਂ ਸਬਜ਼ੀ ਦੀ ਗੱਲ ਕਰੀ ਹੈ ਕਿ ਕਸੂਤਾ ਜਿਹਾ ਹਿਸਾਬ ਕਿਤਾਬ ਹੁੰਦਾ, ਸਾਡਾ ਸਾਰਾ ਕੁਛ ਐਂ ਚੱਲਦਾ ਰਹਿੰਦਾ। ਦੂਸਰੇ ਪਾਸੇ ਤੁਸੀਂ ਜਦੋਂ ਖੇਤੀ 'ਚ ਆਏ, ਸਮੱਸਿਆਵਾਂ ਕਿਹੋ ਜਿਹੀਆਂ ਆਈਆਂ? ਕਿਉਂਕਿ ਤੁਸੀਂ ਇੱਕ ਬਹੁਤ ਵੱਡਾ ਪੁਰਸਕਾਰ ਹਾਸਲ ਕੀਤਾ ਸੀ, ਉਸ ਪੁਰਸਕਾਰ ਤੱਕ ਪਹੁੰਚਣ ਦੇ ਵਾਸਤੇ ਕੀ ਕੁਛ ਕਰਨਾ ਪਿਆ ਨਾਲ? ਬੜਾ ਕੁਛ ਕਰਨਾ ਪੈਂਦਾ ਜੀ। ਖੇਤੀਬਾੜੀ ਦਾ ਸਿਸਟਮ ਇਹ ਹੈ ਵੀ ਜਦੋਂ ਖੇਤੀਬਾੜੀ 'ਚ ਸਟਾਰਟ ਕੀਤਾ ਮੈਨੂੰ ਪ੍ਰੋਬਲਮਾਂ ਬੜੀਆਂ ਆਈਆਂ। ਸਭ ਤੋਂ ਵੱਡੀ ਪ੍ਰੋਬਲਮ ਮੈਨੂੰ ਆਈ ਲੋਕਾਂ ਦੀ। ਲੋਕ ਸਟਾਰਟਿੰਗ 'ਚ ਇਹ ਕਹਿੰਦੇ ਹੁੰਦੇ ਸੀ ਕੁੜੀ ਕੁੜਤਾ ਪਜਾਮਾ ਪਾਉਂਦੀ ਆ, ਕੁੜੀ ਦੇ ਮੁੰਡੇ ਵਾਲੇ ਕੱਪੜੇ ਪਾਏ ਆ, ਇਹਨੂੰ ਐਂ ਮੰਡੀ 'ਚ ਜਾਣਾ, ਉੱਥੇ ਫਿਰ ਲੋਕ ਬੋਲਣ ਲੱਗੇ ਨਹੀਂ ਦੇਖਦੇ ਕਿੱਦਾਂ ਬੋਲਣਾ ਜਾਂ ਕਿਵੇਂ, ਪਤਾ ਨਹੀਂ ਲੱਗਦਾ ਇਹ ਕੁੜੀ ਹੈ ਕਿ ਮੁੰਡਾ, ਜਾਣੀ ਇੱਦਾਂ ਦੀਆਂ ਕਾਫੀ ਹੱਦ ਤੱਕ ਪ੍ਰੋਬਲਮ। ਜਾਣੀ ਮਿਹਨਤ ਵਾਲੀ ਚੀਜ਼ ਵੱਖਰੀ ਆ, ਜਿਹੜਾ ਮਾਨਸਿਕ ਡਿਪਰੈਸ਼ਨ ਆਉਣਾ, ਜਾਣੀ ਮਾਨਸਿਕ ਚੀਜ਼ਾਂ ਦਿੱਕਤ ਆਉਣੀ, ਉਹ ਜ਼ਿਆਦਾ ਸੀ। ਜਿਵੇਂ ਲੋਕ ਕਹਿੰਦੇ ਸੀਗੇ ਤਾਂ ਫਿਰ ਮਹਿਸੂਸ ਹੁੰਦਾ ਸੀਗਾ ਵੀ ਯਾਰ ਇਹ ਅੱਗੇ ਨਹੀਂ ਵਧਣ ਦੇਣਾ ਚਾਹੁੰਦੇ ਜਾਂ ਕਿਵੇਂ, ਜਾਂ ਇਹ ਸੋਚਦੇ ਆ ਵਾਕਈ ਉਹ ਸੋਚ ਜਿੱਦਾਂ ਕਹਿੰਦੇ ਨੇ ਇੱਕ ਮੁੰਡੇ ਤੇ ਕੁੜੀ 'ਚ ਫਰਕ ਵਾਲੀ ਗੱਲ ਵੇਖਣੀ, ਪਰ ਹਾਲਾਂਕਿ ਮੇਰੇ ਘਰ ਦੇ ਨਹੀਂ, ਇਹ ਗੱਲ ਮੇਰੇ ਘਰਦਿਆਂ ਨੇ ਕਦੇ ਵੀ ਨਹੀਂ ਕਰੀਗੀ ਵੀ ਜਾਂ ਵੀ ਕੁੜੀ ਆ ਜਾਂ ਮੁੰਡਾ, ਜਾਂ ਮੰਨ ਲਓ ਵੀ ਇਹ ਚੀਜ਼ ਸਾਡੇ, ਮੈਂ ਤੇ ਮੇਰਾ ਬ੍ਰਦਰ ਆ,
ਇਹ ਨਹੀਂ ਮੇਰਾ ਬ੍ਰਦਰ ਮੈਨੂੰ ਪੁੱਛ ਕੇ ਕੰਮ ਕਰਦਾ, ਮੈਂ ਬ੍ਰਦਰ ਨੂੰ ਮੇਰੇ ਨੂੰ, ਅਸੀਂ ਦੋਵੇਂ ਜਣੇ ਅਸੀਂ ਰਾਏ ਨਾਲ ਹੀ ਗੱਲ ਕਰਦੇ ਹਾਂ। ਕਿਉਂਕਿ ਕੋਈ ਵੀ ਚੀਜ਼ ਆ ਜੇ ਆਪਾਂ ਇੱਕ ਚੀਜ਼ ਇੱਕ ਹੀ ਬੰਦੇ ਦੇ ਹੱਥ 'ਚ ਹੋਊਗੀ ਨਾ ਸਾਰੀ, ਤਾਂ ਫਿਰ ਆਟੋਮੈਟਿਕਲੀ ਆ ਵੀ ਥੋੜਾ ਬਹੁਤਾ ਸਿਸਟਮ ਅਪ ਡਾਊਨ ਹੋਣ ਲੱਗ ਪੈਂਦਾ, ਕਿਉਂਕਿ ਫਿਰ ਘਰੇ ਪ੍ਰੋਬਲਮ। ਇੱਕ ਗੱਲ ਹੋਰ ਹੁੰਦੀ ਹੈ ਕਿ ਜਦੋਂ ਔਰਤਾਂ ਬਾਹਰ ਜਾਂਦੀਆਂ, ਕਿਤੇ ਵੀ ਜਾਂਦੀਆਂ, ਕਿਤੇ ਵੀ ਸੁਰੱਖਿਅਤ ਨਹੀਂ ਮੰਨੀਆਂ ਜਾਂਦੀਆਂ। ਇਹ ਵੀ ਹੁੰਦਾ ਕਿ ਨੇੜਲੇ ਰਿਸ਼ਤੇਦਾਰ ਵੀ ਹੈ ਕਿਤੇ ਨਾ ਕਿਤੇ ਐਕਸਪਲੋਇਟ ਕਰਦੇ ਆ, ਬੜੀਆਂ ਗੱਲਾਂ ਹੈ ਨਾ ਸਮੇਂ-ਸਮੇਂ 'ਤੇ ਸਾਂਝੀਆਂ ਹੁੰਦੀਆਂ। ਤੁਹਾਡੇ ਨਾਲ ਕੋਈ ਇਹੋ ਜਿਹੀ ਘਟਨਾ ਕਦੇ ਵਾਪਰੀ ਕਿ ਕਿਸੇ ਨੇ ਏਜੰਸੀ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਆਨੇ-ਬਹਾਨੇ ਟੱਚ ਜਾ ਕਰਨ ਦੀ ਕੋਸ਼ਿਸ਼ ਕੀਤੀ ਹੋਵੇ? ਨਹੀਂ, ਨਾਰਮਲੀ ਕਿਉਂਕਿ ਮੇਰਾ ਬਿਹੇਵੀਅਰ ਹੀ ਇਦਾਂ ਦਾ, ਕਿਉਂਕਿ ਆਪਾਂ ਸਪਸ਼ਟਲੀ ਮੈਂ ਕੋਈ ਵੀ ਗੱਲ ਆ ਸਪਸ਼ਟਲੀ ਕਹਿ ਦੇਣੀ ਹੁੰਦੀ ਹੈ। ਇਹ ਨਹੀਂ ਵੀ ਮੇਰੇ ਕੋਲ ਝੂਠ ਨਹੀਂ ਬੋਲਿਆ ਜਾਂਦਾ ਸਟਾਰਟਿੰਗ 'ਚ। ਇੱਕ ਜਿੱਦਾਂ ਦਾ ਆਪਾਂ ਜਿੱਦਾਂ ਦੇ ਹੈਗੇ ਆ ਉੱਦਾਂ ਦਾ ਹੀ ਸ਼ੋਅ ਕਰਨਾ। ਇਹ ਨਹੀਂਗਾ ਵੀ ਹਾਂ ਮੋਸਟਲੀ ਪਤਾ ਕੀ ਚੱਕਰ ਕੀ ਆ, ਕੁੜੀਆਂ ਦਾ ਕੰਮ ਆ ਹਾਈ ਫਾਈ ਹੋਣਾ। ਅੱਜ ਕੱਲ੍ਹ ਕੁੜੀਆਂ ਦੇਖਦੀਆਂ ਹਾਈ ਫਾਈ ਹੋ ਜ਼ਿਆਦਾ, ਮਤਲਬ ਵੀ ਹਾਈ ਫਾਈ ਤਰੀਕੇ ਨਾਲ ਦੇ, ਨਾਰਮਲ ਤਰੀਕੇ ਨਾਲ ਜਿਵੇਂ ਨੈਚੁਰਲੀ ਤਰੀਕੇ ਨਾਲ ਨਹੀਂ ਜਾਣੀ। ਉਹ ਥੋੜ੍ਹਾ ਜਿਹਾ ਕੀ ਹੁੰਦਾ ਕੁਛ ਨਹੀਂ, ਅਟਰੈਕਸ਼ਨ ਹੀ ਹੁੰਦਾ, ਬਾਹਲਾ ਕੋਈ ਲੰਮੀ ਚੌੜੀ ਗੱਲ ਨਹੀਂ ਹੁੰਦੀ ਗੀ। ਨਾ ਹੀ ਕੋਈ ਇੱਕ ਦਿਮਾਗ ਲੋਕਾਂ ਦੀ ਸੋਚ ਇਹ ਹੈ ਵੀ ਜੇ ਕਿਸੇ ਕੁੜੀ ਨੂੰ ਕਿਸੇ ਨੇ ਦੇਖ ਲਿਆ ਤਾਂ ਉਹ ਮੂੰਹ 'ਚ ਥੋੜ੍ਹੀ ਪਾ ਲੂਗਾ, ਦੇਖ ਰਿਹਾ ਦੇਖੀ ਜਾਣ ਦਿਓ, ਫਿਰ ਕੀ ਕਿੱਡੀ ਖਾਸ ਗੱਲ ਹੈ। ਲੋਕ ਇੱਦਾਂ ਦਾ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਆ। ਜਿੱਦਾਂ ਜੀ ਮੇਰੀ ਸੋਚ ਇਹ ਹੈ ਵੀ ਜਿਵੇਂ ਇੱਕ ਹਾਥੀ ਦਾ ਕੰਮ ਹੁੰਦਾ ਚੱਲਣਾ, ਕੁੱਤਿਆਂ ਦਾ ਕੰਮ ਹੁੰਦਾ ਭੌਂਕਣਾ। ਇਹ ਚੀਜ਼ ਹੈ ਵੀ ਜਾਣੀ ਤੁਸੀਂ ਮਸਤ ਆਪਦੇ 'ਚ ਮਸਤ ਰਹੋ। ਜਦੋਂ ਤੁਸੀਂ ਮਸਤ ਹੋ ਤਾਂ ਆਟੋਮੈਟਿਕਲੀ ਬੰਦਾ ਕੀ ਸੋਚੂਗਾ, 2 ਵਾਰੀ ਦੇਖੂਗਾ 4 ਵਾਰੀ ਦੇਖੂਗਾ, ਦੇਖ ਕੇ ਕੀ ਕਰੂਗਾ, ਕੁਛ ਨਹੀਂ ਕਰ ਸਕਦਾ ਗਾ। ਜਿੰਨਾ ਚਿਕਰ ਤੁਹਾਡੀ ਕੁਛ % ਮੰਨਦੇ ਹਾਂ ਵੀ ਇਹਦੇ 'ਚ ਸਾਰੀ ਰੇਅਰ ਇਹ ਨਹੀਂ ਕਹਿ ਸਕਦੇ ਆਪਾਂ ਵੀ ਜਿੱਦਾਂ ਤੁਸੀਂ ਦੱਸਿਆ ਵੀ ਹਾਂ ਮੈਨੂੰ ਵੀ ਪਤਾ ਇਸ ਚੀਜ਼ ਦਾ। ਜਿੱਦਾਂ ਹੁਣ ਮੰਨ ਲਓ ਵੀ ਰਿਸ਼ਤੇਦਾਰ ਵੀ ਕਈ ਤਰ੍ਹਾਂ ਦੇ ਮਤਲਬ ਹੁੰਦੇ, ਵੀ ਰਿਸ਼ਤੇਦਾਰਾਂ 'ਚ ਵੀ ਆਪਾਂ ਨਹੀਂ ਸੇਫ ਹੁੰਦਾ ਤਾਂ ਬਾਹਰ ਮੈਂ ਸਾਡੀ ਟੀਮ ਹੈ ਬਕਾਇਦਾ, ਸਾਡੇ RBM ਜੀ ਹੈ, ਵਧੀਆ ਟੀਮ ਹੈ ਸਾਡੀ, ਮਤਲਬ ਸਾਰੇ ਮੇਰੇ ਨਾਲ ਦੇ ਬੰਦੇ ਆ ਵਧੀਆ ਬਿਲਕੁਲ। ਉਹਨਾਂ ਨੇ ਕਦੇ ਐਦਾਂ ਨਹੀਂ, ਉਹ ਮੈਨੂੰ ਵੀ ਆ ਦਿੰਦੇ ਆ, ਹੁਣ ਵੀ ਮੈਨੂੰ ਕਹਿ ਦਿੰਦੇ ਆ, ਕਹਿੰਦੇ ਗੁਰਪ੍ਰੀਤ ਸਾਨੂੰ ਐਦਾਂ ਮਹਿਸੂਸ ਨਹੀਂ ਹੁੰਦਾ ਗਾ ਵੀ ਹਾਂ ਵੀ ਅਸੀਂ ਇੱਕ ਕੁੜੀ ਨਾਲ ਆ ਜਾਂ ਮੰਨ ਲਓ ਵੀ ਐਦਾਂ ਹੀ ਲੱਗਦਾ ਵੀ ਹਾਂ ਜਿਵੇਂ ਇੱਕ ਵੀ ਮੁੰਡੇ ਨਾਲ ਹੀ ਆ। ਵੈਸੇ ਸਾਡੇ ਪ੍ਰੋਪਰ ਮੇਰੀ ਸਾਰੇ ਮਦਦ ਕਰਦੇ ਆ, ਟੋਟਲ ਮੇਰੀ ਸਾਰੀ ਟੀਮ ਹੈ। ਜਿੱਦਾਂ ਮਤਲਬ ਵੀ ਮੈਨੂੰ ਅਸੀਂ ਲੁਧਿਆਣਾ PDF ਮੇਲਾ ਸਾਡਾ ਜਦੋਂ ਲੱਗਦਾ ਉਦੋਂ ਸਾਡਾ ਉੱਥੇ ਐਗਰੀਬਿਸ਼ਨ ਲੱਗਦਾ ਹੈਗਾ, ਅਤੇ ਫਿਰ ਹੋਰ ਜਿੱਦਾਂ ਇੱਥੇ ਮਾਘੀ ਦੇ ਮੇਲੇ 'ਤੇ ਵੀ ਅਸੀਂ ਉਹ ਲਾਉਣੇ ਹੈਗੇ ਆ। ਪਰ ਉਹਦੇ 'ਚ ਜਾਣੀ ਕਿ ਜਿਵੇਂ ਹੁਣ ਲੁਧਿਆਣੇ ਜਾਣਾ ਤਾਂ ਮੈਂ ਆਪ ਰੂਮ ਬੁੱਕ ਨਹੀਂ ਕਰਨਾ ਗਾ, ਮੇਰੇ ਨਾਲ ਦੇ ਹੁੰਦੇ ਆ, ਮੈਂ ਉਹਨਾਂ ਨੂੰ ਕਹਿ ਦੇਣਾ ਸਰ ਇੱਦਾਂ ਜੇ ਤੁਸੀਂ ਜਿੱਥੇ ਰਹੋਗੇ ਮੇਰਾ ਵੀ ਰੂਮ ਬੁੱਕ ਕਰ ਦਿਓ। ਗੁਰਪ੍ਰੀਤ, ਤੁਸੀਂ ਜਿਹੜਾ ਕ੍ਰਿਸ਼ੀ ਕਰਮਨ ਅਵਾਰਡ ਹਾਸਲ ਕੀਤਾ ਇਹਦੇ ਵਾਸਤੇ ਕੀ ਕੁਛ ਕਰਨਾ ਪੈਂਦਾ, ਕਿਵੇਂ ਅਪਲਾਈ ਕੀਤਾ? ਮੈਨੂੰ ਲੱਗਦਾ ਕੁੜੀਆਂ ਦੇ ਵਿੱਚ ਤਾਂ ਬਹੁਤ ਥੋੜ੍ਹੀਆਂ ਹੋਣਗੀਆਂ ਇਸ ਵਾਸਤੇ। ਹਾਂਜੀ, ਇਹਦੇ 'ਚ ਜੀ ਅਪਲਾਈ ਆਪਾਂ ਨਹੀਂ ਕਰਦੇ ਗੇ ਨੋਰਮਲੀ, ਜਿੱਦਾਂ ਤੁਸੀਂ ਖੇਤੀਬਾੜੀ ਵਾਲਿਆਂ ਨਾਲ ਜੁੜੇ ਹੋਏ ਹੋ। ਮਤਲਬ ਮੋਸਟਲੀ ਜਿਵੇਂ ਕੁੜੀ ਰੇਅਰ ਉਹਨਾਂ ਨੇ ਦੇਖਣਾ ਹੁੰਦਾ, ਕਿਉਂਕਿ ਹੁਣ ਸਾਡੇ ਇੱਥੇ ਹੈਗੇ ਜਿਹੜੇ ਖੇਤੀਬਾੜੀ ਵਾਲੇ, ਉਹਨਾਂ ਨੂੰ ਪਤਾ ਵੀ ਇਹ ਲੜਕੀ ਖੇਤੀਬਾੜੀ ਕਰਦੀ ਹੈ। ਜੈਨੂਅਲ ਮੰਨ ਲਓ ਵੀ ਇੱਕ ਤਾਂ ਹੁੰਦਾ ਨਾ ਵੀ ਫਾਰਮੈਲਿਟੀ ਕਰਨ ਵਾਲੇ ਵੀ ਬਹੁਤ ਹੈਗੇ ਅੱਜ ਕੱਲ੍ਹ, ਕਿਉਂਕਿ ਇੱਕ ਦੂਜੇ ਨੂੰ ਦੇਖ ਕੇ ਮੇਰੇ ਹਿਸਾਬ ਨਾਲ ਬਹੁਤ ਹੱਦ ਤੱਕ ਫਾਰਮੈਲਿਟੀ ਕਰਨ ਵਾਲੇ ਵੀ ਹੈਗੇ, ਕਿਉਂਕਿ ਉਹ ਕਰ ਕੁਛ ਰਹੇ ਹੁੰਦੇ ਆ ਪਾ ਕੁਛ ਰਹੇ ਹੁੰਦੇ ਆ। ਵੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਵੈਸੇ ਵੀ ਕ੍ਰਿਸ਼ੀ ਕਰਮਨ ਅਵਾਰਡ ਮਿਲਦਾ। ਸਭ ਤੋਂ ਪਹਿਲਾਂ ਸਟਾਰਟਿੰਗ 'ਚ ਇਹ ਹੈ, ਮੈਨੂੰ ਇਸ ਚੀਜ਼ ਬਾਰੇ ਕੋਈ ਪਤਾ ਨਹੀਂ ਸੀ। ਅਸੀਂ ਤਾਂ ਨਾਰਮਲੀ ਜਿਵੇਂ ਜੱਟ ਜ਼ਿਮੀਂਦਾਰ ਖੇਤੀਬਾੜੀ ਕਰਦੇ ਆ ਇੱਦਾਂ ਹੀ ਅਸੀਂ ਖੇਤੀਬਾੜੀ ਕਰਦੇ ਸੀ। ਫਿਰ ਮੇਰੇ ਕੋਲ ਖੇਤੀਬਾੜੀ ਵਾਲਿਆਂ ਦਾ ਫੋਨ ਆਇਆ, ਕਹਿੰਦੇ ਵੀ ਤੁਹਾਡਾ ਇੱਦਾਂ ਪਾ ਦੇਈਏ। ਫਿਰ ਮੈਨੂੰ ਜਾਣੀ ਯਕੀਨ ਨਹੀਂ ਹੋਇਆ, ਉਹਦੇ ਮਨ ਨੂੰ ਯਕੀਨ ਨਹੀਂ ਹੋਇਆ ਵੀ ਇੱਦਾਂ ਦਾ ਕੋਈ ਅਵਾਰਡ ਹੋਊਗਾ। ਫਿਰ ਉਹਨਾਂ ਨੇ ਜੀ ਪਹਿਲਾਂ ਮੇਰਾ ਮੰਨ ਲਓ ਵੀ 2018 'ਚ ਮੈਨੂੰ ਅਵਾਰਡ ਮਿਲਿਆ ਸੀ, ਅਤੇ ਉਦੋਂ ਪਹਿਲਾਂ ਜਾਣੀ ਉਹਨਾਂ ਨੇ ਮੇਰਾ ਨਾਂ ਪਾਇਆ ਸੀ, ਉਦੋਂ ਨਹੀਂ ਆਇਆ ਸੀਗਾ। ਇਹਦੇ 'ਚ ਜਾਣੀ ਕਿ ਉਹਨਾਂ ਨੇ ਪੰਜਾਬ 'ਚੋਂ ਇੱਕ ਲੜਕੀ ਔਰ ਇੱਕ ਲੜਕਾ ਹੀ ਚੁਣਨਾ ਹੁੰਦਾ, ਮਤਲਬ ਜੈਂਟਸ ਔਰ ਲੇਡੀਜ਼ ਇੱਕ ਚੁਣਦੇ ਹੁੰਦੇ ਆ। ਫਿਰ ਉਹਨਾਂ ਨੇ ਜਦੋਂ 2018 'ਚ ਮੇਰਾ ਨਾਂ ਪਾਇਆ ਤਾਂ ਫਿਰ ਵੀ ਉਹਦੇ 'ਚ ਨਾਂ ਪਾਉਂਦੇ ਆ ਤਾਂ ਫਿਰ ਉਹ ਉੱਪਰ ਸਿਲੈਕਸ਼ਨ ਹੁੰਦੀ ਆ, ਤਾਂ ਫਿਰ ਜਾਣੀ ਕ੍ਰਿਸ਼ੀ ਕਰਮਨ ਅਵਾਰਡ ਮਿਲਦਾ। ਇੱਦਾਂ ਨਹੀਂ ਵੀ ਆਪਾਂ ਕਹਿ ਸਕਦੇ ਕਿ ਵੀ ਜਿਵੇਂ ਆਪਾਂ ਕਹਿ ਰਿਹਾ ਵੀ ਉੱਦਾਂ ਹੀ ਵੀ ਆਪਾਂ ਨੂੰ ਅਵਾਰਡ ਮਿਲ ਗਿਆ। ਇਹਦੇ ਲਈ ਜਾਣੀ ਮੈਂ ਖੇਤੀਬਾੜੀ ਵੀ ਕਰੀ, ਮਤਲਬ ਉਹਨਾਂ ਨੇ ਦੇਖਿਆ ਮੇਰਾ ਵੀ ਖੇਤੀਬਾੜੀ ਵੀ ਕਰੀ, ਡੈਰੀ ਫਾਰਮਿੰਗ ਵੀ ਕਰਿਆ, ਮੈਂ ਤੂੜੀ ਵਾਲੀ ਮਸ਼ੀਨ ਵੀ ਚਲਾਈ, ਹੋਰ ਜਾਣੀ ਜਿੰਨੇ ਵੀ ਸਾਡੇ ਕੰਮ ਹੁੰਦੇ ਆ ਜਿਹੜੇ ਆਪਾਂ ਆਮ ਨੋਰਮਲ ਜਿਹੜੇ ਲੜਕੇ ਕਰਦੇ ਆ ਲੜਕੀ ਨਹੀਂ ਕਰਦੀ, ਉਹ ਸਾਰੇ ਕੰਮ ਕਰੇ ਤਾਂ ਜਾ ਕੇ ਕ੍ਰਿਸ਼ੀ ਕਰਮਨ ਅਵਾਰਡ ਦੇ ਜਾਣੀ ਕਿ ਬੰਦਾ ਸੋਚ ਸਕਦਾ ਵੀ ਹਾਂ ਵੀ ਆਪਣਾ ਹੋ ਸਕਦਾ ਨਾ ਆ ਜੇ। ਖੁਸ਼ੀ ਕਿੰਨੀ ਕੁ ਹੋਈ ਜਦੋਂ ਐਡਾ ਵੱਡਾ ਅਵਾਰਡ ਮਿਲਿਆ, 2 ਲੱਖ ਰੁਪਇਆ ਮਿਲਿਆ? ਕਿਉਂਕਿ ਸਾਡੇ ਵਾਸਤੇ ਅਵਾਰਡ ਨਾਲੋਂ ਤਾਂ ਆਰਥਿਕ ਜਦੋਂ ਅਸੀਂ ਮੰਦਹਾਲੀ 'ਚ ਹੁੰਦੇ ਪੈਸੇ ਬੜੀ ਅਹਿਮੀਅਤ ਰੱਖਦੇ ਆ। ਐਕਚੁਅਲੀ ਜਦੋਂ ਜੀ ਮੈਨੂੰ ਅਵਾਰਡ ਮਿਲਣ ਬਾਰੇ ਉਹਨਾਂ ਨੇ ਦੱਸਿਆ ਤਾਂ ਮੈਨੂੰ ਯਕੀਨ ਨਹੀਂ ਹੋਇਆ ਵੀ ਮੈਨੂੰ ਅਵਾਰਡ ਮਿਲ ਰਿਹਾ। ਫਿਰ ਮੈਨੂੰ ਐਂ ਸੀ, ਮੈਂ ਉਹਨਾਂ ਨੂੰ ਪਤਾ ਕੀ ਕਿਹਾ ਜਦੋਂ, ਕਿਉਂਕਿ ਅਸੀਂ ਸਬਜ਼ੀ ਵੇਚਦੇ ਹੁੰਦੇ ਸੀਗੇ, ਨੋਰਮਲੀ ਅਸੀਂ ਸਬਜ਼ੀ ਵੇਚਦੇ ਹੁੰਦੇ ਸੀ। ਸਾਡਾ ਕੰਮ ਸੀ ਵੀ ਦਿਹਾੜੀ, ਅਤੇ ਮੰਨ ਲਓ ਵੀ ਦਿਹਾੜੀ ਪੱਲੇ ਪੈ ਜੇ ਆਪਣੇ, ਵੀ ਚਲੋ ਆਥਣ ਦੀ ਰੋਟੀ ਖਾਣ ਜੋਗੇ ਹੋ ਜਾਈਏ। ਅਤੇ ਜਦੋਂ ਉਹਨਾਂ ਨੇ ਮੈਨੂੰ ਦੱਸਿਆ, ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਬਾਈ ਜੀ ਮੇਰਾ ਟਾਈਮ ਵੇਸਟ ਨਾ ਕਰਿਓ, ਕਿਉਂਕਿ ਮੈਂ ਕਿਹਾ ਸਾਡੀ ਰੋਟੀ ਇੱਥੋਂ ਖਾਣੀ ਹੈ। ਉਹ ਕਹਿੰਦੇ ਨਹੀਂ। ਫਿਰ ਉਹਨਾਂ ਨੇ ਮੈਨੂੰ ਜਦੋਂ ਫੋਨ ਕੀਤਾ ਤਾਂ ਫਿਰ ਵੀ ਮੈਨੂੰ ਯਕੀਨ ਨਹੀਂ ਹੋਇਆ, ਹਾਲਾਂਕਿ ਉਹਨਾਂ ਨੇ ਮੈਨੂੰ ਚੈੱਕ ਵੀ ਦਿੱਤਾ, ਮੈਨੂੰ ਫਿਰ ਵੀ ਯਕੀਨ ਨਹੀਂ ਹੋਇਆ ਵੀ ਮੈਨੂੰ ਹਾਂ ਵਾਕਈ ਵੀ ਮੈਨੂੰ ਕ੍ਰਿਸ਼ੀ ਕਰਮਨ ਅਵਾਰਡ। ਲੋਕ ਸੋਚਦੇ ਨੇ ਕਿਸੇ ਨਾਲ ਵੀ ਮਿਲ ਕੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਮੈਨੂੰ ਅਵਾਰਡ ਮਿਲਿਆ ਸੀ, ਉਦੋਂ ਬੰਦੇ ਦੇ ਮਾਇੰਡ 'ਚ ਕੀ ਹੁੰਦਾ, ਮੇਰੇ ਮਾਇੰਡ 'ਚ ਸਭ ਤੋਂ ਪਹਿਲਾਂ ਹੋਰ ਮੈਨੂੰ ਕਿਸੇ ਦਾ ਨਹੀਂ ਪਤਾ,
ਉੱਥੇ ਮੇਰੇ ਨਾਲ ਜੋ ਜੈਂਟਸ ਸੀਗਾ ਉਹ ਕਦੇ ਕਿਸੇ ਨਾਲ ਫੋਟੋ ਖਿਚਾ ਰਿਹਾ ਸੀ, ਕਦੇ ਕਿਸੇ ਨਾਲ ਫੋਟੋ ਖਿਚਾ ਰਿਹਾ ਸੀ। ਮੇਰੇ ਦਿਮਾਗ 'ਚ ਸੀ ਆਪਦਾ ਵੀ ਅਸੀਂ 2 ਲੱਖ ਰੁਪਏ ਨਾਲ ਚੱਲ ਆਏ ਜੇ ਕਰ ਲਾਂਗੇ, ਚੱਲ ਸਾਡੀ ਆਰਥਿਕ ਹਾਲਤ ਸੌਖੀ ਹੋ ਜੂਗੀ ਐਦਾਂ। ਪਰ ਹਾਲ ਮੋਸਟਲੀ ਮੇਰੇ ਲਈ ਵਧੀਆ ਹੀ ਹੋਇਆ ਵੀ ਮੈਨੂੰ ਉਸ ਟਾਈਮ ਜ਼ਰੂਰਤ ਸੀ ਪੈਸਿਆਂ ਦੀ ਤੇ ਮੈਨੂੰ ਮਿਲ ਗਏ, ਤੇ ਉਹਦੇ ਲਈ ਮੈਨੂੰ ਖੁਸ਼ੀ ਵੀ ਹੋਈ। ਪਰ ਖੁਸ਼ੀ ਮੇਰਾ ਦਿਲ ਨਹੀਂ ਕਰਦਾ ਸੀਗਾ ਵੀ ਮੈਂ ਕਿਸੇ ਪਿੰਡ ਦੇ ਲੋਕਾਂ ਨਾਲ ਕਿਸੇ ਨਾਲ ਅਸੀਂ ਸਾਂਝੀ ਕਰ ਗਏ ਜਾਂ ਕਿਵੇਂ। ਅਸੀਂ ਜਾਣੀ ਹਰ ਗੱਲ ਨੂੰ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰੀ। ਇਸ ਤਰੀਕੇ ਨਾਲ ਜਾਣੀ ਮੈਨੂੰ ਕ੍ਰਿਸ਼ੀ ਕਰਮਾ ਅਵਾਰਡ ਮਿਲਿਆ। ਮੈਨੂੰ ਬਹੁਤ ਵਧੀਆ ਲੱਗਦਾ ਵੀ ਮੈਨੂੰ ਹੁਣ ਵੀ ਮੈਨੂੰ ਲੋਕ ਪੁੱਛਦੇ ਵੀ ਤੈਨੂੰ ਕ੍ਰਿਸ਼ੀ ਕਰਮਾ ਅਵਾਰਡ ਮਿਲਿਆ, ਤਾਂ ਖੁਸ਼ੀ ਤਾਂ ਹੁੰਦੀ ਹੈ। ਗੁਰਪ੍ਰੀਤ, ਹੁਣ ਉਮਰ ਬਾਬਾ ਹੋ ਗਈ ਹੈ, ਵਿਆਹ ਕਰਾਉਣ ਬਾਰੇ ਨਹੀਂ ਸੋਚਿਆ ਜਾਂ ਘਰਦਿਆਂ ਨੇ ਨਹੀਂ ਕਿਹਾ ਕਿ ਚੱਲ ਤੇਰਾ ਵਿਆਹ ਕਰ ਦਈਏ? ਨਹੀਂ, ਮੈਂ ਵਿਆਹ ਕਰਾਉਣ ਬਾਰੇ ਪਹਿਲਾਂ ਤੋਂ ਨਹੀਂ ਸੋਚਿਆ ਸੀ, ਤੇ ਘਰ ਦੇ ਤਾਂ ਨਹੀਂ ਮੈਨੂੰ ਕਹਿੰਦੇ ਸੀ। ਪਰ ਹਾਲਾਂਕਿ ਹਜੇ ਲੋਕ ਵੀ ਹਜੇ ਵੀ ਕਹਿੰਦੇ ਆ, ਕਿਉਂਕਿ ਹਜੇ ਮੈਨੂੰ ਪੁੱਛਦੇ ਫਲਾਨਾ ਮੁੰਡਾ ਲੱਗਿਆ ਤੇਰੇ ਲਈ ਘਰ ਵਧੀਆ। ਉਹ ਮੈਂ ਕਿਹਾ ਮੈਂ ਹੁਣ ਘਰ ਤੋਂ ਕੀ ਕਰਾਉਣਾ। ਮੇਰਾ ਦਿਮਾਗ ਪਹਿਲਾਂ ਹੀ ਨਹੀਂ ਸੀ, ਤੇ ਹੁਣ ਤਾਂ ਮੈਂ ਵੈਸੇ ਵੀ ਨਹੀਂ। ਹੁਣ ਤਾਂ ਮੇਰੇ ਦਿਮਾਗ 'ਚ ਇਹੀ ਹੈ ਵੀ ਮੇਰੇ ਬ੍ਰਦਰ ਦੀ ਮੈਰਿਜ ਹੋ ਜੇ, ਵਧੀਆ ਕੁੜੀ ਆ ਜੇ, ਚੱਲ ਘਰੇ ਮਾਂ ਪਿਓ ਨੂੰ ਸੌਖਾ ਹੋ ਜੇ। ਕਿਉਂਕਿ ਹੁਣ ਮੈਂ ਡਿਊਟੀ ਜਾਣਾ ਹੁੰਦਾ ਤੇ ਮਾਂ ਪਿਓ ਲਈ, ਕਿਉਂਕਿ ਹੁਣ ਦੇਖੀਏ 50 ਸਾਲ ਤੋਂ ਉੱਪਰ ਆ ਮੇਰੇ ਡੈਡੀ ਮੰਮੀ ਦੀ ਏਜ। ਤਾਂ ਹੁਣ ਤੁਸੀਂ ਦੇਖੋ ਵੀ ਮਾਂ ਪਿਓ ਵੀ ਕਿੰਨਾ ਕੁ ਚਿਰ ਕੰਮ ਕਰਨਗੇ। ਬਾਕੀ ਫਿਰ ਦੇਖ ਕੇ ਤਾਂ ਮੇਰੇ ਬ੍ਰਦਰ ਦੀ ਏਜ 25-27 ਸਾਲ ਦੀ ਏਜ ਹੈ, ਤਾਂ ਉਹਨਾਂ ਨੂੰ ਵੀ ਹੁਣ ਮੰਨ ਕੇ ਸਾਰੀ ਜ਼ਿੰਦਗੀ ਇੱਦਾਂ ਨਿਕਲਣੀ ਬਹੁਤ ਔਖੀ ਆ। ਚਲੋ ਮੇਰਾ ਤਾਂ ਇਹ ਰੂਟੀਨ ਆ ਵੀ ਮੇਰਾ ਕੰਮ ਆ, ਉਹ ਕੰਮ ਆ ਉਹਦਾ ਘਰ ਦਾ, ਮੇਰਾ ਕੰਮ ਆ ਬਾਹਰ ਦਾ। ਮੇਰਾ ਤਾਂ ਹੁਣ ਮਤਲਬ ਬਾਹਰ ਬੰਦੇ ਦਾ ਦਿਨ ਟੱਪ ਜਾਂਦਾ ਹੁੰਦਾ, ਘਰ ਵਾਲੇ ਬੰਦੇ ਦਾ ਥੋੜ੍ਹਾ ਜਿਹਾ ਹੋਰ ਸਿਸਟਮ ਹੁੰਦਾ। ਬਾਕੀ ਜਿਹੜੇ ਬੰਦੇ ਨੇ ਪਹਿਲਾਂ ਤੋਂ ਸੋਚਿਆ ਵੀ ਮੈਰਿਜ ਨਹੀਂ ਕਰਾਉਣੀ, ਉਹਦੀ ਚੀਜ਼ ਹੋਰ ਸਿਸਟਮ ਹੁੰਦਾ। ਜਿਹੜੇ ਦਾ ਮੈਰਿਜ ਹੋ ਕੇ ਹੋਵੇ ਉਹ ਚੀਜ਼ ਹੋਰ ਹੈ। ਬਸ ਮੇਰੇ ਬ੍ਰਦਰ ਦਾ ਹੀ ਮੰਨ ਲਓ ਸੈਟਿੰਗ ਹੋ ਜੇ, ਬਸ ਇੰਨਾ ਹੀ। ਮੈਂ ਹੁਣ ਆਪਦੇ ਬਾਰੇ ਨਹੀਂ ਸੋਚਿਆ, ਪਹਿਲਾਂ ਤੋਂ ਨਹੀਂ ਸੋਚਿਆ ਤੇ ਹੁਣ ਵੀ ਨਹੀਂ ਸੋਚਿਆ। ਕਦੇ ਸੁਪਨੇ ਜੇ ਨਹੀਂ ਆਏ ਕੋਈ ਰਾਜਕੁਮਾਰ ਹੋਵੇ ਜਿਵੇਂ ਆਮ ਗੱਲਾਂ ਹੁੰਦੀਆਂ? ਨਹੀਂ ਨਹੀਂ, ਬਿਲਕੁਲ ਵੀ ਨਹੀਂ। ਕਿਉਂਕਿ ਮੇਰਾ ਦਿਮਾਗ ਸਿਰਫ ਇਕੱਲਾ ਆਪਦੇ ਮਾਈਂਡ ਸੀਗਾ ਵੀ ਮੇਰਾ ਘਰ ਸੈੱਟ ਹੋ ਜੇ, ਮੇਰੀ ਸਿਸਟਰ ਦੀ ਮੈਰਿਜ ਹੋ ਜੇ, ਬ੍ਰਦਰ ਦੀ ਹੋ ਜੇ, ਜਾਂ ਇੱਦਾਂ ਮੇਰੇ ਮੰਮੀ ਪਾਪਾ ਵਧੀਆ ਰਹਿਣ। ਬਸ ਮੇਰਾ ਦਿਮਾਗ ਇੱਦਾਂ ਸੀ। ਉਹ ਸਿਸਟਮ, ਉਹ ਸੁਪਨੇ ਤਾਂ ਕਦੇ ਆਏ ਹੀ ਨਹੀਂ। ਸਹੀ ਆ, ਸਾਡੇ ਸੁਪਨੇ ਹੀ ਹੋਰ ਤਰ੍ਹਾਂ ਦੇ ਹੁੰਦੇ ਹਨ। ਤੇ ਹੁਣ ਆਪਾਂ ਥੋੜ੍ਹਾ ਜਿਹਾ ਦੱਸੀਏ ਕਿ ਇਹ ਜਿਵੇਂ ਡੈਅਰੀ ਫਾਰਮ ਤੁਸੀਂ ਸ਼ੁਰੂ ਕੀਤਾ ਹੋਇਆ, ਹੁਣ ਕਿਵੇਂ ਚੱਲ ਰਿਹਾ? ਹੁਣ ਠੀਕ ਚੱਲ ਰਿਹਾ ਜੀ। ਥੋੜ੍ਹਾ ਜਿਹਾ ਇੱਦਾਂ ਵੀ ਗਰਮੀ ਜ਼ਿਆਦਾ ਪੈਣੇ ਕਰਕੇ ਥੋੜ੍ਹਾ ਜਿਹਾ ਦਿੱਕਤ ਆ ਰਹੀ ਹੈ। ਉਹ ਜਿਹਾ ਦੁੱਧ ਦਾ ਰੇਟ ਵੱਧ ਜਾਂਦਾ ਫਿਰ? ਨਹੀਂ, ਐਕਚੁਅਲੀ ਦੁੱਧ ਦਾ ਰੇਟ ਵਧਣਾ ਸੀਗਾ ਗਰਮੀ 'ਚ, ਪਰ ਲੋਕਡਾਊਨ ਲੱਗਣੇ ਕਰਕੇ 80 ਪੈਸੇ ਦੁੱਧ ਦਾ ਰੇਟ ਘਟ ਗਿਆ। ਯਾਨੀ 6,90 ਸੀਗਾ, ਹੁਣ 6,10 ਰਹਿ ਗਿਆ। ਉਹਦੇ ਨਾਲ ਇਹ ਵੀ ਚੀਜ਼ ਹੈਗੀ ਆ, ਕਿਉਂਕਿ ਇਹ ਜ਼ਿਮੀਂਦਾਰਾਂ ਲਈ ਘਟਿਆ ਇਕੱਲਾ। ਜਿਹੜੇ ਦੁੱਧ ਦਾ ਡੇਅਰੀ ਫਾਰਮਿੰਗ ਤੋਂ ਦੁੱਧ ਪਾ ਰਹੇ ਆ ਨਾ, ਉਹਨਾਂ ਲਈ ਘਟਿਆ। ਲੈਣ ਵਾਲੇ ਲਈ ਸੇਮ ਉਹੀ ਰੇਟ ਆ, ਕਿਉਂਕਿ ਸਾਰੀਆਂ ਕੰਪਨੀਆਂ ਸੇਮ ਉਹੀ ਰੇਟ ਦੇ ਰਹੀਆਂ। ਉਹੀ ਰੇਟ ਦਹੀਂ ਵਿਕ ਰਿਹਾ, ਉਹੀ ਰੇਟ ਜਿਹੜੇ ਪੈਕਟ ਵਾਲਾ ਦੁੱਧ ਵਿਕ ਰਿਹਾ। ਪਰ ਉਹ ਸਿਰਫ ਇਕੱਲਾ ਕੀ ਹੈ, ਪ੍ਰੈਸ਼ਰ ਉਹੀ ਜਿੱਦਾਂ ਕਹਿ ਦਿੰਦੇ ਨਾ, ਸਾਰਾ ਕੁਝ ਕਰਾ ਕੇ ਪ੍ਰੈਸ਼ਰ ਜ਼ਿਮੀਂਦਾਰ 'ਤੇ। ਉਹ ਚੀਜ਼ ਹੀ ਹੈ ਵੀ ਜਾਣੀ ਕਿ ਹਰ ਚੀਜ਼ 'ਤੇ ਜ਼ਿਮੀਂਦਾਰ 'ਤੇ ਪ੍ਰੈਸ਼ਰ ਆਉਣਾ ਜਦੋਂ ਮਰਜ਼ੀ ਦੇਖ ਲਓ। ਇਹ ਲੋਕਡਾਊਨ ਦਾ ਅਸਰ ਕਹਿ ਰਹੇ ਆ ਵੀ ਸਰਕਾਰਾਂ 'ਤੇ ਆ ਰਿਹਾ, ਪਰ ਲੋਕਡਾਊਨ ਦਾ ਅਸਰ ਸਰਕਾਰਾਂ 'ਤੇ ਕਦੇ ਵੀ ਨਹੀਂ ਆਊਗਾ, ਕਿਉਂਕਿ ਤੇਲ ਵਾਲੇ ਕੰਪਨੀਆਂ ਨੇ ਤੇਲ ਵਧਾਤੇ। ਬਾਕੀ ਜਿਹੜੇ ਕੋਈ ਹੋਰ ਚੀਜ਼ ਵਾਲੇ ਆ, ਉਹ ਕਹਿੰਦੇ ਸਾਨੂੰ ਟੈਕਸ ਲੱਗ ਗਿਆ ਜੀ, ਅਸੀਂ ਆਹ ਚੀਜ਼ ਅਸੀਂ ਆਹ ਵਧਾਤੀ। ਅਤੇ ਜ਼ਿਮੀਂਦਾਰ ਤਾਂ ਫਿਰ ਸਦਾ ਦੇ ਟੈਕਸ 'ਚ ਹੀ ਆ। ਜ਼ਿਮੀਂਦਾਰ ਤਾਂ ਸਦਾ ਹੀ ਘਾਟੇ 'ਚ ਆ। ਉਹਨੇ ਤਾਂ ਫਿਰ ਕਦੇ ਵੀ ਨਹੀਂ ਕਿਹਾ ਗਾ। ਜੇ ਕਹਿੰਦਾ ਤਾਂ ਉਹ ਕਹਿੰਦੇ ਆ ਸਰਕਾਰ ਕੀ ਕਰਦੀ? ਸਰਕਾਰ ਕਰਜ਼ਾ ਮਾਫ ਕਰਦੀ ਆ, ਕੰਮ ਨਹੀਂ ਦਿੰਦੀ ਗੀ। ਸਭ ਤੋਂ ਮੇਨ ਚੀਜ਼ ਹੈ ਕਰਜ਼ਾ ਮਾਫ ਕਰਨ ਦੀ ਜਗ੍ਹਾ 'ਤੇ ਕੰਮ ਦਿੱਤਾ ਹੋਵੇ। ਜਿੱਦਾਂ ਹੁਣ ਸਰਕਾਰ ਨੇ ਕਿਹਾ ਸੀ ਪਿੱਛੇ ਵੀ ਹਾਂ ਅਸੀਂ ਹਰ ਘਰ 'ਚ ਇੱਕ ਬੰਦੇ ਨੂੰ ਜੋਬ ਦੇਵਾਂਗੇ, ਨਸ਼ਾ ਖਤਮ ਕਰਾਂਗੇ। ਤਾਂ ਉਹਨਾਂ 'ਚੋਂ ਮੇਰੇ ਹਿਸਾਬ ਨਾਲ ਤਾਂ ਮੋਸਟਲੀ ਕੋਈ ਕੰਮ ਵੀ ਨਹੀਂ ਹੋਇਆ ਗਾ। ਲੋਕਾਂ ਨੇ ਸਮਾਰਟਫੋਨ ਦੇਵਾਂਗੇ, ਸਮਾਰਟਫੋਨ ਦੀ ਜਗ੍ਹਾ 'ਤੇ ਉਹਨਾਂ ਨੂੰ ਕੋਈ ਕੰਮ ਸ਼ੁਰੂ ਕਰ ਦਿਓ ਨਾ। ਸਮਾਰਟਫੋਨ ਕੀ ਕਰਨਾ? ਸਮਾਰਟਫੋਨ ਤਾਂ ਬੰਦਾ ਲੈ ਲਊਗਾ। ਨਹੀਂ, ਕੰਮ ਜਾਂ ਨੌਕਰੀ ਤਾਂ ਫੇਰ ਮਿਲੂਗੀ ਨਾ। ਪਹਿਲਾਂ ਘਰ ਦਾ ਬੰਦਾ ਫਾਹਾ ਲਵੇ ਜਾਂ ਬਾਰਡਰ 'ਤੇ ਜਾ ਕੇ ਮਰਿਆ। ਹੁਣ 4 ਸ਼ਹੀਦ ਹੋਏ ਆ, ਹਰੇਕ ਦੇ ਪਰਿਵਾਰ ਨੂੰ ਇੱਕ ਨੌਕਰੀ ਦੇਤੀ। ਚਾਹੀਦਾ ਤਾਂ ਇਹ ਸੀ ਕਿ ਜੇ ਨੌਕਰੀ ਉਹ ਮੁੰਡੇ ਕਰਦੇ, ਇੱਥੇ ਕਰਦੇ ਹੁੰਦੇ, ਕਾਹਨੂੰ ਮਰਦੇ ਬਾਰਡਰ 'ਤੇ ਜਾ ਕੇ? ਸਮੱਸਿਆ ਤਾਂ ਇਹੀ ਹੈ ਕਿ ਇੱਥੇ ਨੌਕਰੀ ਜਾਂ ਕਾਰੋਬਾਰ ਕਰਨ ਦੇ ਵਾਸਤੇ ਸਰਕਾਰ ਉਦੋਂ ਸਹਿਯੋਗ ਦਿੰਦੀ ਹੈ ਜਦੋਂ ਤੁਸੀਂ ਕੜਕੀ 'ਚ ਫਸੇ। ਨੋਰਮਲੀ ਗੱਲ ਹੈ, ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਜੀ ਇਸ ਚੀਜ਼ ਨਾਲ ਵੀ ਇਹ ਸਰਕਾਰ ਦੇਖਦੇ ਆ। ਜਿੱਦਾਂ ਹੁਣ ਮੈਂ ਤੁਹਾਨੂੰ ਦੱਸਾਂ, ਜਿੱਦਾਂ ਹੁਣ ਟਿਕਟੋਕ ਚੱਲਿਆ ਨਵਾਂ, ਦੇਖ ਰਹੇ ਨਾ ਆਪਾਂ ਟਿਕਟੋਕ। ਆਪਾਂ ਕਿਸੇ ਤੇ ਨਹੀਂ ਕਹਿੰਦੇ ਕਿ ਵੀ ਇੱਦਾਂ ਵੀ ਕੋਈ ਕੌਣ ਬੰਦਾ ਕਿੱਦਾਂ, ਜਾਣੀ ਉਹ ਸਰਕਾਰ ਉਹ ਬੰਦੇ ਨੂੰ ਨੋਟਿਸ ਲੈਂਦੀ ਹੈ ਜਿਹੜਾ ਬੰਦਾ ਫੇਮਸ ਆ, ਵੀ ਕੀ ਉਹ ਫੇਮਸ ਆ, ਜ਼ਿਆਦਾ ਆ ਰਿਹਾ, ਉਸ ਬੰਦੇ ਦਾ ਸਪੋਰਟ ਕਰਦੀ ਹੈ। ਇਹ ਨਹੀਂ ਦੇਖ ਰਹੀ ਵੀ ਮੋਸਟਲੀ ਤਾਂ ਇਹ ਦੇਖਣ ਨਾ ਪਿੰਡਾਂ 'ਚ ਜਾ ਕੇ ਵੀ ਕੀ ਹਾਲਾਤ ਕੀ ਆ। ਇਹ ਥੋੜ੍ਹੀ ਆਪਾਂ ਨੂੰ ਕਦੇ ਜੈਨੂਅਲ ਆ ਵੀ ਕਦੇ ਟੀਵੀ 'ਚ ਵੀ ਕਦੇ ਸਹੀ ਹਾਲਾਤ ਆਏ ਆ। ਨਹੀਂ, ਆ ਵੀ ਜਾਂਦੇ ਆ ਕਦੇ ਕਦੇ। ਨਹੀਂ, ਨੋਰਮਲੀ ਰੇਅਰ, ਜ਼ਿਆਦਾ ਚਾਂਸ 99% ਤਾਂ ਫੇਕ ਹੀ ਹੁੰਦੇ ਆ, 1% ਹੋਊਗਾ। ਜਿੱਦਾਂ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ, ਉੱਦਾਂ ਸਾਰੇ ਸਿਸਟਮ ਨਹੀਂ ਹੁੰਦੇ ਇੱਕੋ ਜਿਹੇ। ਪਰ ਆਲਮੋਸਟਲੀ ਤੁਸੀਂ ਦੇਖੋਗੇ ਵੀ ਹਾਲਾਤ ਕਦੇ ਵੀ ਤੁਸੀਂ ਦੇਖੋਗੇ, ਜਿੰਨਾ ਚੱਕਰ ਬੰਦਾ ਆਪਦੇ ਹਾਲਾਤ ਆਪਦੇ ਸਿਰ 'ਤੇ ਨਹੀਂ ਨਾ ਹਟਾਉਂਦਾ, ਉਹਨੂੰ ਪਤਾ ਨਹੀਂ ਹੁੰਦਾ। ਜਿੱਦਾਂ ਹੁਣ ਸਰਕਾਰ ਸਿਰਫ ਕਹਿ ਰਹੀ ਆ, ਪਰ ਕਿਸੇ ਨੂੰ ਪਤਾ ਵੀ ਇਸ ਚੀਜ਼ ਦਾ ਕੀ ਅਸਰ ਹੋ ਰਿਹਾ।
ਤੁਸੀਂ ਦੇਖੋ ਹੁਣ ਆਪਾਂ ਹੁਣੇ ਨਾਰਮਲੀ ਜੀ ਗੱਲ ਕਰਦੇ ਹਾਂ, ਆਪਾਂ ਕਰੋਨਾ ਦਾ ਹਿਸਾਬ ਆ 2-2.5 ਮਹੀਨੇ ਲੋਕਡਾਊਨ ਰੱਖਿਆ ਇਹਨਾਂ ਨੇ, ਉਹਦਾ ਕੋਈ ਅਸਰ ਹੋਇਆ? ਕੀ ਅਸਰ ਹੋਇਆ? ਹਜੇ ਤਾਂ ਸ਼ੁਕਰ ਕਰੋ ਵੀ ਜ਼ਿਮੀਂਦਾਰ ਜਿਹੜੇ ਕਿ ਉਹਨਾਂ ਦੀ ਫਸਲ ਆਉਣੀ ਸੀ, ਤੇ ਜੇ ਕਿਤੇ ਉਹ ਹੁੰਦਾ ਹੁਣ ਝੋਨੇ, ਹੁਣ ਉਹੀ ਗੱਲ ਜੀ, ਫਿਰ ਤੁਸੀਂ ਆਖੋਗੇ ਵੀ ਫਿਰ ਗੁਰਪ੍ਰੀਤ ਨੇ ਕਿੱਧਰਲੇ ਪਾਸੇ ਮੋੜਤੀ ਗੱਲ ਨੂੰ। ਝੋਨੇ ਦਾ ਰੇਟ ਆ, ਇਹ ਲੇਬਰ ਵੀ ਕੀ ਕਰੇ, ਲੇਬਰ ਦਾ ਆਪਦਾ ਹਿਸਾਬ ਆ, ਪਰ ਫਿਰ ਵੀ ਅਸਰ ਕਿੱਥੇ ਪੈ ਗਿਆ ਜਾ ਕੇ? ਫਿਰ ਵੀ ਜ਼ਿਮੀਂਦਾਰ ਤੇ ਹੀ ਪਿਆ, ਹੋਰ ਤਾਂ ਨਹੀਂ ਕਿਸੇ ਨੂੰ ਪਿਆ ਨਾ। ਲੇਬਰ ਘਟੀ ਆ, ਜ਼ਿਮੀਂਦਾਰ ਨੇ ਵੱਧ ਪੈਸੇ ਦੇਣੇ। ਇਹ ਤਾਂ ਨਹੀਂ ਵੀ ਜੇ ਜ਼ਿਮੀਂਦਾਰ ਨੇ ਲੇਬਰ ਘਟੀ ਤੇ ਲੇਬਰ ਦੇ ਪੈਸੇ ਤਾਂ ਦੇਤੇ ਤੇ ਫਸਲ ਦਾ ਰੇਟ ਵੱਧ ਜੂਗਾ। ਉਹਦਾ ਨਾਰਮਲੀ 50-100 ਰੁਪਇਆ ਉਹੀ ਜੋ ਰੂਟੀਨ ਵਾਈਜ਼ ਪੈ ਰਿਹਾ ਇਹਨਾਂ ਦਾ, ਉਹ ਤਾਂ ਉਨਾ ਹੀ ਪੈਣਾ ਗਾ। ਉਸ ਚੀਜ਼ ਦਾ ਇਹਦੇ 'ਚ ਕਿੰਨਾ ਇਫੈਕਟ ਹੋ ਗਿਆ? ਰੇਹਾਂ ਵਾਲੇ ਨੇ ਟੈਕਸ ਲਾ ਲਿਆ, ਆਪਦੇ ਹਿਸਾਬ ਲਾ ਲਏ ਜੀ, ਸਪਰੇਅ ਦਾ ਰੇਟ ਵੱਧ ਗਿਆ, ਰੇਹ ਦਾ ਵੱਧ ਗਿਆ, ਪੈਟਰੋਲ ਦਾ ਵੱਧ ਗਿਆ, ਡੀਜ਼ਲ ਦਾ ਵੱਧ ਗਿਆ। ਜ਼ਿਮੀਂਦਾਰ ਦੀ ਫਸਲ ਤਾਂ ਉੱਥੇ ਪਈ ਹੈ। ਆਲਮੋਸਟਲੀ ਜ਼ਿਮੀਂਦਾਰ ਦੀ ਫਸਲ ਘਟਾ ਦਿਓ ਤੁਸੀਂ, ਬਾਕੀ ਸਿਸਟਮ ਦਾ ਜ਼ਿਮੀਂਦਾਰ ਨੇ ਤਾਂ ਇੱਕ ਹੀ ਫਸਲ ਵੇਚਣੀ ਹੈ, 6 ਮਹੀਨਿਆਂ 'ਚ ਇੱਕ ਵੇਚਦਾ, ਤੇ ਨਿੱਤ ਖਰੀਦਦੇ ਹਾਂ ਅਸੀਂ, ਡੇਲੀ ਹਰ ਚੀਜ਼ ਖਰੀਦਦੇ ਹਾਂ। ਪੈਟਰੋਲ ਅਸੀਂ ਵਰਤਦੇ ਹਾਂ, ਡੀਜ਼ਲ ਅਸੀਂ ਵਰਤਦੇ ਹਾਂ, ਖੰਡ ਚਾਹ ਅਸੀਂ ਵਰਤਦੇ ਹਾਂ। ਖੰਡ ਚਾਹ ਵੀ ਸਾਨੂੰ ਤੁਸੀਂ ਦੇਖੋ ਕਿਸ ਰੇਟ ਮਿਲ ਰਹੀ ਹੈ, ਤੇ ਉਸ ਚੀਜ਼ ਦਾ ਨਾਰਮਲੀ ਜ਼ਿਮੀਂਦਾਰ ਤੇ ਅਸਰ ਆ, ਹੋਰ ਤਾਂ ਕਿਸੇ ਚੀਜ਼ ਨਹੀਂ। ਉਹਦੇ ਨਾਲ ਤਾਂ ਫਸਲ ਦਾ ਰੇਟ ਘਟਾ ਦਿਓ, ਬਾਕੀ ਸਾਰੀਆਂ ਜਿੱਦਾਂ 100 ਰੁਪਏ ਦੀ ਵੈਲਿਊ ਹੁਣ 1 ਰੁਪਏ ਬਰਾਬਰ ਵੀ ਹੋਣੀਗੀ। ਅੱਛਾ, ਇੱਕ ਹੋਰ ਦੱਸਿਓ ਗੱਲ, ਕੁੜੀਆਂ +2 ਕਰ ਲੈਂਦੀਆਂ, ਗਰੀਬ ਘਰਾਂ ਦੀਆਂ ਕੁੜੀਆਂ ਕਈ ਵਾਰੀ ਪੜ੍ਹ ਜਾਂਦੀਆਂ, ਉਹ 6 6.5 ਬੈਂਡ ਲੈ ਜਾਂਦੀਆਂ। ਮੁੰਡਾ ਅਨਪੜ੍ਹ ਹੁੰਦਾ, 15-20 ਲੱਖ ਮੁੰਡੇ ਵਾਲੇ ਲਾ ਦਿੰਦੇ, ਵਿਦੇਸ਼ ਤੋਰ ਦਿੰਦੇ, ਜਾਂ ਫਿਰ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦੀ ਜਿਹੜੀ ਹੋੜ ਹੈ, ਉਹਦੇ ਬਾਰੇ ਕੀ ਕਹੋਗੇ? ਮੇਰੇ ਹਿਸਾਬ ਨਾਲ ਤਾਂ ਜਿਹੜੇ ਬੇਵਕੂਫ ਆ, ਜਿਹੜੇ 15-20 ਲੱਖ ਰੁਪਇਆ ਲਾ ਕੇ ਵਿਦੇਸ਼ ਨੂੰ ਤੋਰਦੇ ਆ, ਸਭ ਤੋਂ ਪਹਿਲਾਂ ਤਾਂ ਇਹ ਗੱਲ, ਉਹੀ 15-20 ਲੱਖ ਰੁਪਇਆ ਲਾ ਕੇ ਜੋ ਮੇਨ ਚੀਜ਼ ਤਾਂ ਇੱਥੋਂ ਹੀ ਹੈ ਨਾ ਜੀ। ਜਿਵੇਂ ਕਹਿੰਦੇ ਹੁੰਦੇ ਸੀ ਨਾ, ਗੁਲਾਮੀ ਆਪਾਂ ਫੇਰ ਹੀ ਕਰੀ ਸੀ ਨਾ, ਉਹ ਫੇਰ ਹੀ ਇੱਧਰ ਆਏ ਸੀ ਨਾ, ਉਹਨਾਂ ਨੇ ਵਪਾਰਕ ਸਿਸਟਮ ਫੇਰ ਹੀ ਇੱਧਰ ਸਟਾਰਟ ਕਰਿਆ ਸੀ ਨਾ। ਹੁਣ ਵੀ ਆਪਣੇ ਲੋਕ ਜਾ ਕੇ ਗੁਲਾਮੀ ਹੀ ਕਰਦੇ ਆ, ਹੋਰ ਕੋਈ ਐਡੀ ਕੋਲ ਗੱਲ ਤਾਂ ਨਹੀਂ ਗੀ। ਪਰ ਹਾਂ, ਇਹ ਚੀਜ਼ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਵੀ ਹਾਂ ਉਹ ਭੱਜਣ ਦਾ ਕਾਰਨ 2 ਕਾਰਨ ਹੈ। ਇੱਕ ਤਾਂ ਇੱਥੇ ਲੋਕ ਕੰਮ ਨਹੀਂ ਕਰਨਾ ਚਾਹੁੰਦੇ, ਦੂਜਾ ਕਾਰਨ ਇਹ ਹੈ ਵੀ ਜਿਹੜੀ ਆਪਣੀ ਸਰਕਾਰ, ਉਹਨਾਂ ਦੀ ਸਰਕਾਰ ਜੋ ਫੈਸਿਲਿਟੀ ਦੇ ਰਹੀ ਹੈ ਨਾ, ਆਪਣੀ ਸਰਕਾਰ ਕਦੇ ਵੀ ਨਹੀਂ ਦੇਊਗੀ ਕਿਸੇ ਬੰਦੇ ਨੂੰ। ਦਿੱਤੀ ਆਪਣੇ ਸਰਕਾਰ ਨੇ 500 ਰੁਪਇਆ ਜੀ, ਅਸੀਂ ਖਾਤੇ 'ਚ ਪਾ ਰਹੇ ਹਾਂ। ਤੁਸੀਂ ਮੈਨੂੰ ਇੱਕ ਗੱਲ ਦੱਸ ਦਿਓ, 500 ਰੁਪਇਆ ਤੇ ਇੱਕ 5 ਮਿੰਟ ਦੀ ਖੇਡ ਹੈ। 2000 ਅਸੀਂ ਜ਼ਿਮੀਂਦਾਰ ਨੂੰ ਦੇ ਰਹੇ ਹਾਂ, ਕੀ 2000 3 ਮਹੀਨਿਆਂ ਦਾ? ਹਾਂ, ਉਹਦੇ ਨਾਲ ਦੱਸੋ ਕੁਛ ਹੋ ਜੂ? ਰਾਸ਼ਨ ਦੇ ਰਹੇ ਹਾਂ ਅਸੀਂ 5 ਕਿਲੋ, ਕਿਹੜਾ ਬੰਦਾ 5 ਕਿਲੋ 'ਚ 6 ਮਹੀਨੇ ਕੱਢ ਕੇ ਦਿਖਾਊਗਾ ਮੈਨੂੰ ਦੱਸੋ, ਜਾਂ 3 ਮਹੀਨੇ ਕੱਢ ਕੇ ਵਿਖਾਊਗਾ? ਉਹ ਕੀ ਕਰ ਰਹੇ? ਉਹ ਵਪਾਰ ਵਾਸਤੇ ਪੈਸਾ ਦਿੰਦੇ ਆ। ਉਹ ਬੰਦੇ ਜਿਹੜੇ ਉਹਨਾਂ ਦੀ ਸਰਕਾਰਾਂ ਨਾ, ਉਹ ਪਰ ਉਹਦੇ ਵਾਸਤੇ ਦਿੰਦੀਆਂ, ਵਪਾਰ ਵਾਸਤੇ। ਆਪਣੇ ਵਾਸਤੇ ਹੁਣ ਆਪਣੇ ਕੀ ਸਿਸਟਮ ਕੀਤਾ ਜੀ, ਅਸੀਂ ਜੀ ਕਰਜ਼ਾ ਵਧਾਤਾ, ਦੇ ਦਿਆਂਗੇ ਕਰਜ਼ਾ ਵੱਧ ਦੇ ਦਿਆਂਗੇ। ਕਰਜ਼ਾ ਕਿਉਂ ਦੇ ਦਿਓਗੇ ਤੁਸੀਂ? ਕਰਜ਼ਾ ਤਾਂ ਜ਼ਿਮੀਂਦਾਰ ਅੱਗੇ ਹੀ ਲਈ ਜਾਂਦਾ ਸਾਰੇ। ਜਿੱਦੋਂ ਬੰਦੇ ਨੂੰ ਪੈਸਾ ਨਹੀਂ ਮਿਲਦਾ, ਬੰਦੇ ਨੇ ਕਰਜ਼ੇ ਵਾਲੇ ਪਾਸੇ ਹੀ ਜਾਣਾ। ਮੇਰੀ ਕੈਨੇਡਾ ਗੱਲ ਹੁੰਦੀ ਹੈ ਜੀ, ਆਮ ਨਾਰਮਲ। ਮੇਰੇ ਕੋਲ ਇੱਕ ਬੰਦੇ ਦਾ ਫੋਨ ਆਉਂਦਾ ਹੈਗਾ ਕੈਨੇਡਾ ਤੋਂ। ਉਹਨਾਂ ਨੂੰ ਮੈਂ ਪੁੱਛਿਆ, ਮੈਂ ਕਿਹਾ ਤੁਹਾਡੇ ਲੋਕਡਾਊਨ ਦਾ ਕੀ ਅਸਰ ਹੈ? ਕਹਿੰਦੇ ਜੀ ਸਾਡੇ ਲੋਕਡਾਊਨ ਦਾ ਇਹ ਅਸਰ ਆ ਵੀ ਸਾਡੇ ਜਿਹੜੇ ਵੀ ਤੁਸੀਂ ਜੇ ਮਾਲ 'ਚ ਕਿਸੇ 'ਚ ਆਪਾਂ ਸਮਾਨ ਲੈਣ ਜਾਣਾ ਤਾਂ ਫੋਨ ਕਰੋ, ਸਮਾਨ ਉਹ ਪੈਕ ਕਰ ਦੇਣਗੇ, ਤੁਸੀਂ ਆਪਦੀ ਗੱਡੀ ਜਾ ਕੇ ਪੇਟੀਐਮ ਕਰ ਦਿਓ, ਗੱਡੀ ਦਾ ਤੁਸੀਂ ਪਿੱਛੋਂ ਚੱਕੋਗੇ, ਡਿੱਗੀ ਚੱਕੋ, ਆਪ ਹੀ ਦੀ ਆਪ ਚੱਕੀ ਜਾਣੀ ਹੈ, ਉਹਨਾਂ ਨੇ ਸਮਾਨ ਪਿੱਛੇ ਰੱਖ ਦੇਣਾ, ਤੁਸੀਂ ਲੈ ਆਓ। ਉਹ ਕਹਿੰਦੇ ਸੀਗੇ ਵੀ 40,000 ਮੈਕਸੀਮਮ $40,000 ਸਾਨੂੰ ਦਿੱਤਾ ਉਹਨਾਂ ਨੇ, ਵੀ ਤੁਸੀਂ ਇੰਨੇ ਚਿਰ ਬਾਅਦ ਸਾਨੂੰ $40,000 ਮੋੜਨਾ ਹੈ, ਉਹਦਾ ਕੋਈ ਵਿਆਜ ਨਹੀਂ, $10,000 ਤੁਹਾਨੂੰ ਮਾਫ ਹੈ, $30,000 ਮੋੜਨਾ। ਉਹਦੇ 'ਚ ਕੀ ਹੈ, ਜੇ ਤੁਸੀਂ $30,000 ਉਹਨੇ ਸਮੇਂ 'ਚ ਨਹੀਂ ਮੋੜਦੇ ਤਾਂ ਤੁਹਾਨੂੰ ਕੁਛ % ਵਿਆਜ ਲੱਗਣਗੇ। ਪਰ ਉਹਨਾਂ ਨੇ ਬਕਾਇਦਾ ਸਭ ਦਾ ਡਾਟਾ ਚੈੱਕ ਕਰਕੇ ਵੀ ਇਹ ਬੰਦਾ ਕੰਮ ਕੀ ਕਰਦਾ, ਇਹਨੂੰ ਵਾਕਈ ਲਾਸ ਹੋ ਰਿਹਾ, ਤਾਂ ਆਪਣੀ ਸਰਕਾਰ ਸਿਰਫ ਇੱਕ ਦੇ ਰਹੀ ਹੈ 500 ਰੁਪਇਆ। 500 ਰੁਪਏ ਉਹਨਾਂ ਦਾ ਲਾਸ ਨਿਕਲਦੇ ਹੁੰਦੇ। ਫਿਰ ਹੁਣ ਅੱਗੇ ਵੀ ਰੌਲਾ ਪੈ ਰਿਹਾ, ਵੈਸੇ ਆਮ ਨਿਊਜ਼ 'ਚ ਡੇਲੀ ਸੁਣਦੇ ਹਾਂ ਅਸੀਂ, ਖਾਤੇ 'ਚ ਬਹੁਤ ਜ਼ਿਆਦਾ ਪੈਸੇ ਆ ਚੁੱਕੇ ਸਰਕਾਰ ਦੇ, ਪਰ ਉਹ ਪਤਾ ਨਹੀਂ ਕਿੱਥੇ ਹੈ। ਉਹ PM ਕੇਅਰ ਹੈ ਨਾ, ਇੱਕ ਨਵਾਂ ਜਿਹੜਾ ਫੰਡ ਉਹਨਾਂ ਨੇ ਕ੍ਰੀਏਟ ਕੀਤਾ, ਉਹਦੇ 'ਚ ਵਾੜੇ ਹੋਏ ਆ ਉਹ ਪੈਸੇ। ਚਲੋ ਆਪਾਂ ਮੁੜੀਏ ਫਿਰ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਬੜਾ ਸੰਘਰਸ਼ ਕੀਤਾ, ਹੁਣ ਅੱਗੇ ਕੀ ਕਰਨਾ? ਅੱਗੇ ਜੀ ਫਿਲਹਾਲ ਜੋਬ 'ਤੇ ਜਿੱਦਾਂ ਲੱਗੇ ਹੋਏ ਆ, ਜੋਬ ਦਾ ਰੂਟੀਨ ਵਾਈਜ਼ ਇੱਦਾਂ ਹੀ ਚੱਲਦਾ ਰਹੇ, ਮਾਲਕ ਦੀ ਕਿਰਪਾ ਰਹੇ। ਅਤੇ ਪਸ਼ੂ ਹੋਰ ਵਧਾਉਣੇ ਅਸੀਂ ਸਭ ਤੋਂ ਪਹਿਲਾਂ ਤਾਂ, ਕਿਉਂਕਿ ਸਾਡਾ ਮੋਸਟਲੀ ਇਹ ਵਿਚਾਰ ਹੈ ਵੀ ਜਿਹੜੀ ਆਮਦਨੀ ਹੈ ਤੁਹਾਨੂੰ ਪ੍ਰਤੀ ਦਿਨ ਆ ਜੇ, ਵੀ ਉਸ ਤਰੀਕੇ ਨਾਲ ਵੀ ਕੋਈ ਵੀ ਆਪਾਂ ਕੋਈ ਵੀ ਬੰਦਾ ਹੈ, ਮੇਰੇ 'ਤੇ ਨਹੀਂ, ਕੋਈ ਵੀ ਆ ਜ਼ਿਮੀਂਦਾਰ ਆ, ਜਿਵੇਂ ਪ੍ਰੋਸੀਜਰ ਉਹ ਕਰੋ ਵੀ ਜਿਹਦੇ ਨਾਲ ਪ੍ਰਤੀ ਦਿਨ ਆਮਦਨ ਆ ਜੇ, ਵੀ ਤਾਂ ਕਿ ਤੁਹਾਨੂੰ ਵੀ ਥੋੜ੍ਹਾ ਜਿਹਾ ਸੌਖਾ ਹੋ ਜੇ। ਦਿੱਕਤਾਂ ਸਾਨੂੰ ਵੀ ਬਹੁਤ ਆ ਰਹੀਆਂ, ਤੁਹਾਨੂੰ ਮੈਂ ਦੱਸਿਆ ਸੀ ਵੈਸੇ ਜਦੋਂ ਤੁਸੀਂ ਮੈਨੂੰ ਕੱਲ੍ਹ ਫੋਨ ਕੀਤਾ ਵੀ ਸਾਡੀਆਂ 2 ਗਾਈਆਂ ਬਿਮਾਰ ਹੋਈਆਂ, ਇੱਕ ਬੈਠੀ ਹੋਈ ਆ ਅਤੇ ਇੱਕ ਨੂੰ ਬੰਨ੍ਹ ਪਿਆ ਹੋਇਆ।
ਆਲਮੋਸਟਲੀ ਅਸੀਂ ਵੀ 5-7000 ਰੁਪਇਆ ਦਿਨੀ 2 ਦਿਨਾਂ ਚ ਲਾ ਚੁੱਕੇ ਆ। ਇੱਥੇ ਦਿੱਕਤ ਆ ਜਾਂਦੀ ਜਦੋਂ ਜ਼ਿਮੀਂਦਾਰ ਨੂੰ ਇੱਥੋਂ ਮਰਦਾ, ਜਿੱਦਾਂ ਜਿਵੇਂ ਫਸਲ ਘਟ ਗਈ ਇਸ ਧੰਦੇ 'ਚ, ਜਿਵੇਂ ਹੁਣ ਮੰਨ ਲਓ ਅਸੀਂ ਕਹਿ ਦਿੰਦੇ ਹੁਣ 5-7000 ਰੁਪਇਆ ਲੱਗ ਗਿਆ, ਫਾਲਤੂ ਲੱਗ ਗਿਆ, ਉਹਦੇ 'ਚ ਵੀ ਮੰਨ ਲਓ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਣ ਜਾਂਦੀਆਂ। ਅਸੀਂ ਤਾਂ ਜਾਣੀ ਹਣੇ ਫਿਲਹਾਲ ਖੇਤੀਬਾੜੀ ਪੱਠੇ ਬੀਜ ਰਹੇ ਹਾਂ, ਸਬਜ਼ੀ ਬੀਜ ਰਹੇ ਹਾਂ। ਸਬਜ਼ੀ ਹੁਣ ਫਿਲਹਾਲ ਹੁਣ ਅਸੀਂ ਸਾਡੀ ਬੀਜੀ ਨਹੀਂ ਹੋਈ, ਪਰ ਅਸੀਂ ਸਬਜ਼ੀ ਬੀਜ ਕੇ ਹੀ ਹੌਲੀ ਹੌਲੀ ਜਾਣੀ ਜਿਵੇਂ ਜਿਵੇਂ ਸਟੈਪ ਬਾਈ ਸਟੈਪ, ਜਿਵੇਂ ਅੱਗੇ ਸਟਾਰਟ ਕਰਿਆ, ਜਿਵੇਂ ਕਿ ਛੋਟਾ ਬੱਚਾ ਤੁਰ ਲੱਗਦਾ ਸਟੈਪ ਬਾਈ ਸਟੈਪ, ਐਦਾਂ ਹੀ ਸਟੈਪ ਬਾਈ ਸਟੈਪ ਸਟਾਰਟ ਕਰਨਾ। ਟਰੈਕਟਰ ਲੈਣ ਦੀ ਵਿਚਾਰ ਹੈਗੀ ਆ, ਲਵਾਂਗੇ ਥੋੜ੍ਹੇ ਟਾਈਮ 'ਤੇ ਲੈ ਲਾਂਗੇ ਜਿੱਦਾਂ ਮੰਨ ਲਓ ਸੈਟਿੰਗ ਹੋ ਗਈ। ਪਰ ਪਹਿਲਾਂ ਫਿਲਹਾਲ ਮੰਨ ਲਓ ਸਾਡੀ ਵਿਚਾਰ ਹੈਗੀ ਵੀ ਘੱਟੋ ਘੱਟ 30-40 ਕੁ ਮਹੀਨਾ ਕੁ ਹੋ ਜਾਣ ਪਸ਼ੂਆਂ ਦੇ, ਫਿਰ ਮੋਸਟਲੀ ਕੁਆਂਟਲ ਕੁ ਦੁੱਧ ਡੇਲੀ ਦਾ ਮੰਨ ਲਓ ਵੀ ਜਿਵੇਂ ਜਿੱਦਾਂ ਕੋਈ ਸੂਪੀਆਂ ਕੋਈ ਗੱਭਣਾ ਹੈ, ਕੋਈ ਐਦਾਂ ਦਾ ਸਿਸਟਮ ਹੋ ਜੇ। ਬਾਕੀ ਅਸੀਂ ਵੱਛੀਆਂ ਤਿਆਰ ਕਰ ਰਹੇ ਹਾਂ ਆਪਦੀਆਂ, ਵੀ ਅਸੀਂ ਸਾਡੀ ਇਹ ਵਿਚਾਰ ਆ ਵੀ ਆਪਦੀ ਬਰੀਡ ਹੀ ਤਿਆਰ ਕਰੀ ਜਾਵੇ, ਸਾਰੀ ਆਪਦੀ ਬਰੀਡ ਤਿਆਰ ਕਰਕੇ ਹੀ ਰੱਖੀ ਜਾਵੇ ਤਾਂ ਕਿ ਕੋਈ ਦਿੱਕਤ ਨਾ ਆਵੇ। ਕਿਉਂਕਿ ਨੋਰਮਲੀ ਅੱਜ ਕੱਲ੍ਹ ਦਾ ਖਾਣ ਪਾਣ, ਜਿੱਦਾਂ ਆਪਣਾ ਖਾਣ ਪਾਣ 'ਚ ਰੇਹ ਸਪਰੇ ਆ, ਇੱਦਾਂ ਹੀ ਇਹਨਾਂ ਦੇ ਰੇਹ ਸਪਰੇ ਆ, ਉਹਦੇ ਨਾਲ ਵੀ ਜਿਹੜਾ ਪਸ਼ੂ ਆਪਾਂ ਲੈ ਕੇ ਆਉਣੇ ਆ ਉਹਦਾ ਸਹੀ ਤਰੀਕੇ ਨਾਲ ਉਹ ਨਹੀਂ ਹੁੰਦਾ ਗਾ, ਫਿਰ ਉਹ ਦਿੱਕਤ ਆਉਂਦੀ ਹੈ ਕੱਲ੍ਹ ਨੂੰ। ਬਹੁਤ ਮਿਹਰਬਾਨੀ ਗੁਰਪ੍ਰੀਤ, ਬਹੁਤ ਸੋਹਣੀਆਂ ਗੱਲਾਂ ਤੁਸੀਂ ਸਾਡੇ ਸਰੋਤਿਆਂ ਤੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ। ਅੱਛਾ, ਇੱਕ ਚੀਜ਼ ਐਦਾਂ ਵੀ ਕੋਈ ਵੀ ਇਸ ਇੰਟਰਵਿਊ ਨੂੰ ਦੇਖ ਕੇ ਮੇਰੇ ਨਾਲ ਕੋਈ ਵੀ ਬੰਦਾ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦਾ ਹੋਵੇ ਤਾਂ ਉਹ ਆਲਮੋਸਟਲੀ ਮੇਰੇ ਪਹਿਲਾਂ ਵੀ ਮੇਰੇ ਤੋਂ ਕੋਈ ਬੰਦੇ ਪੁੱਛ ਰਹੇ ਸੀਗੇ, ਮਤਲਬ ਕਿਸੇ ਤੋਂ ਨੰਬਰ ਲਿਆ ਇੱਦਾਂ, ਤਾਂ ਮੇਰਾ ਨੰਬਰ ਹੈਗਾ ਜੀ 84 279 77 757 842797 77757। ਬਹੁਤ ਮਿਹਰਬਾਨੀ, ਥੈਂਕ ਯੂ ਜੀ। ਇਹ ਸੀ ਗੁਰਪ੍ਰੀਤ ਕੌਰ, ਗੱਲਬਾਤ ਅਸੀਂ ਕਰ ਰਹੇ ਸੀ ਕਿਉਂਕਿ ਵਿਚਾਰ ਤੁਸੀਂ ਸੁਣ ਲਏ ਨੇ। ਜੇ ਗੱਲ ਚੰਗੀ ਲੱਗੀ ਜ਼ਰੂਰ ਕਿਸੇ ਹੋਰ ਨੂੰ ਦੱਸਿਓ। ਇਸ ਕੁੜੀ ਦਾ ਸਾਥ ਸਹਿਯੋਗ ਤੁਸੀਂ ਦੇ ਸਕਦੇ ਹੋ। ਫ਼ੋਨ ਨੰਬਰ ਸਕਰੀਨ ਦੇ ਉੱਤੇ ਵੀ ਹੈ, ਇਹਨਾਂ ਨੇ ਵੀ ਦੱਸਤਾ। ਇਹਨਾਂ ਨੰਬਰਾਂ ਦੇ ਜ਼ਰੀਏ ਅਸੀਂ ਇਹ ਯਤਨ ਕਰਦੇ ਰਹਾਂਗੇ। ਤੁਹਾਡੇ ਇਲਾਕੇ ਦੇ ਵਿੱਚ, ਤੁਹਾਡੇ ਨੇੜੇ ਤੇੜੇ ਕੋਈ ਹੋਰ ਕ੍ਰੀਏਟਿਵ ਲੋਕ ਨੇ, ਸਾਨੂੰ ਜ਼ਰੂਰ ਦੱਸਿਓ।